ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰ ਪਾਸ ਬੇਨੰਤੀਆ, ਮਿਲੈ ਨਾਮ ਆਧਾਰਾ। ਤੁਠਾ ਸੱਚਾ ਪਾਤਸ਼ਾਹ, ਤਾਪ ਗਿਆ ਸੰਸਾਰਾ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ। ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ। ਸੱਚ ਤੇਰੇ ਖਜ਼ਾਨਿਆਂ, ਸੱਚ ਤੇਰਾ ਪਾਸਾਰਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾ। ਸਾਧ ਸੰਗ ਤਾਕੀ ਸਰਨੀ ਪਰਹੁ, ਮਨ ਤਨ ਆਪਣਾ ਆਗੈ ਧਰਹੁ। ਸਾਧ ਸੰਗ ਤਾਕੀ ਸਰਨੀ ਪਰਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ, ਹਜ਼ੂਰ ਦੀ ਬਖਸ਼ਿਸ਼ ਦੁਆਰਾ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੈ। ਗੁਰੂ ਕਿਰਪਾ ਸਦਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 191 ਤੱਕ ਇਹ ਕਥਾ ਪਹੁੰਚੀ ਹੈ ਔਰ ਗੌੜੀ ਰਾਗ ਦੇ 125 ਸ਼ਬਦਾਂ ਦੀ ਵਿਚਾਰ ਹੁਣ ਤੱਕ ਹੋ ਚੁੱਕੀ ਹੈ। ਇਸ ਤੋਂ ਅੱਗੇ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਗੁਰੂ ਕਿਰਪਾ ਸਦਕਾ ਵਿਚਾਰੀਏ ਅਤੇ ਸੁਣੀਏ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾਤਾ ਜੀ ਬਚਨ ਫਰਮਾਉਂਦੇ ਹਨ। ਸਾਧ ਸੰਗ ਤਾਕੀ ਸਰਨੀ ਪਰਹੁ। ਹਜ਼ੂਰ ਕਹਿੰਦੇ ਨੇ ਸਾਧੂ ਸਤਿਗੁਰੂ ਦੀ ਸੰਗਤ ਵਿੱਚ ਆ ਕੇ, ਸਾਧ ਸੁਧਰੇ ਹੋਏ ਮਨ ਵਾਲੇ ਗੁਰਮੁਖਾਂ ਦੇ ਸੰਗ ਸਾਥ ਹੋ ਕੇ, ਤਾਂ ਕਿ ਤਿਸ ਪਰਮੇਸ਼ਰ ਦੀ ਸਰਨੀ ਪਰੋ, ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਓ। ਭਾਵ ਸਾਧ ਸੰਗਤ 'ਚ ਮਿਲ ਕੇ ਉਸ ਅਕਾਲ ਪੁਰਖ ਪਰਮਾਤਮਾ ਦਾ ਆਸਰਾ ਲਵੋ, ਸਹਾਰਾ ਲਵੋ, ਟੇਕ ਲਵੋ। ਵਾਹਿਗੁਰੂ ਦੀ ਸ਼ਰਨ ਹੀ ਸਹਾਰਾ ਬਖਸ਼ਣ ਵਾਲੀ ਹੈ। ਮਨ ਤਨ ਆਪਣਾ ਆਗੈ ਧਰਹੁ। ਜਿੱਥੇ ਤਨ ਕਰਕੇ ਸੰਗਤ ਵਿੱਚ ਆਉਣਾ ਹੈ, ਤਨ ਕਰਕੇ ਸਤਿਗੁਰੂ ਦੀ ਸ਼ਰਣੀ ਪੈਣਾ ਹੈ। ਆਪਣਾ ਮਨ ਵੀ ਅਤੇ ਤਨ, ਸਰੀਰ, ਇੰਦਰੇ ਸਾਰਾ ਕੁਛ ਅਕਾਲ ਪੁਰਖ ਦੇ ਅੱਗੇ ਰੱਖ ਦਿਓ। ਜਿਵੇਂ ਬਚਨ ਹਨ, ਤਨ ਮਨ ਅਰਪੈ ਹੈ ਇਹ ਜਿਸ ਕਾ। ਜਿਸ ਦਾ ਤਨ ਤੇ ਮਨ ਬਖਸ਼ਿਆ ਹੋਇਆ ਉਸੇ ਨੂੰ ਅਰਪਣ ਕਰੋ। ਪਰਮਾਤਮਾ ਨੇ ਬਖਸ਼ਿਆ ਹੈ, ਪਰਮਾਤਮਾ ਨੂੰ ਆਪਣਾ ਮਨ ਤੇ ਤਨ ਅਰਪਣ ਕਰ ਦਿਓ, ਵਾਹਿਗੁਰੂ ਦੇ ਅੱਗੇ ਰੱਖ ਦਿਓ। ਮਨ ਦੀ ਮਰਜ਼ੀ ਭਾਵ ਛੱਡ ਦਿਓ, ਮਨ ਦੇ ਪਿੱਛੇ ਲੱਗਣਾ ਛੱਡ ਦਿਓ। ਤਨ ਕਰਕੇ ਵੀ ਚਤੁਰਾਈਆਂ ਸਿਆਣਪਾਂ ਇੰਦਰੀਆਂ ਦੀਆਂ ਇਹ ਵੀ ਛੱਡ ਦਿਓ। ਸੋ ਇਸ ਪ੍ਰਕਾਰ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ। ਹੇ ਮੇਰੇ ਭਾਈ, ਜੀਵ ਦੇ ਅੰਦਰ ਪਰਮੇਸ਼ਰ ਦੀ ਅੰਸ਼ ਹੈ। ਇਸ ਕਰਕੇ ਸਾਰਿਆਂ ਨੂੰ ਗੁਰੂ ਮਹਾਰਾਜ ਜੀ ਆਪਣਾ ਭਾਈ ਭਰਾ ਕਹਿ ਰਹੇ ਨੇ। ਅੰਮ੍ਰਿਤ ਨਾਮ ਪੀਵੋ ਮੇਰੇ ਭਾਈ। ਹੇ ਮੇਰੇ ਭਰਾਤਾ ਜੀ, ਵਾਹਿਗੁਰੂ ਜੀ ਦੇ ਨਾਮ ਦਾ ਅੰਮ੍ਰਿਤ ਪੀਵੋ। ਨਾਮ ਹੀ ਅੰਮ੍ਰਿਤ ਹੈ, ਜਿਸ ਦੁਆਰਾ ਮਾਨਸਿਕ ਤ੍ਰਿਪਤੀ ਹੁੰਦੀ ਹੈ, ਜਿਸ ਦੁਆਰਾ ਤ੍ਰਿਸ਼ਨਾ ਬੁਝਦੀ ਹੈ, ਆਤਮਿਕ ਮੌਤ ਖਤਮ ਹੁੰਦੀ, ਆਤਮਿਕ ਜੀਵਨ ਪ੍ਰਦਾਨ ਹੁੰਦਾ, ਪ੍ਰਾਪਤ ਹੁੰਦਾ ਹੈ। ਐਸਾ ਅੰਮ੍ਰਿਤ ਨਾਮ ਨਿਧਾਨ ਹੈ। ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈਆ ਸਭ ਤਿਖਾ ਬੁਝਾਈ। ਕਰ ਸੇਵਾ ਪਾਰ ਬ੍ਰਹਮ ਗੁਰ ਭੁਖ ਰਹਿ ਨਾ ਕਾਈ। ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ। ਤੁਧ ਜੀਵੜ ਤੂੰ ਹੈ ਪਾਰ ਬ੍ਰਹਮ ਨਾਨਕ ਸਰਣਾਈ। ਸੋ ਇਸ ਪ੍ਰਕਾਰ ਵਾਹਿਗੁਰੂ ਦੇ ਨਾਮ ਨੂੰ ਅੰਮ੍ਰਿਤ ਕਿਹਾ ਸਤਿਗੁਰੂ ਮਹਾਰਾਜ ਜੀ ਨੇ। ਇਹ ਨਾਮ ਭਾਵਨਾ ਸਹਿਤ ਕੰਨਾਂ ਰੂਪੀ ਡੂਨਿਆਂ ਦੁਆਰਾ ਪੀਤਾ ਜਾਂਦਾ ਹੈ। ਮਨ ਦੇ ਹੱਥਾਂ ਦੁਆਰਾ ਪੀਤਾ ਜਾਂਦਾ, ਪਿਆਲਾ ਪਕੜ ਕੇ। ਸਿਮਰ ਸਿਮਰ ਸਭ ਤਪਤ ਬੁਝਾਈ। ਜਿਹੜੇ ਇਸ ਨਾਮ ਅੰਮ੍ਰਿਤ ਨੂੰ ਪੀਂਦੇ ਹਨ, ਵਾਹਿਗੁਰੂ ਦਾ ਨਾਮ ਸਿਮਰਦੇ ਹਨ, ਸਿਮਰ ਸਿਮਰ ਕੇ ਉਹਨਾਂ ਸਾਰਿਆਂ ਨੇ ਆਪਣੀ ਤਪਸ਼ ਬੁਝਾ ਲਈ ਹੈ। ਜਿਹੜੀ ਹਿਰਦੇ ਦੇ ਅੰਦਰ ਤਪਸ਼ ਹੈ ਨਾ, ਹਿਰਦਾ ਤਪਦਾ ਹੈ, ਉਹ ਬੁਝਾ ਲਿਆ। ਤੁਸੀਂ ਵੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ ਕਰਕੇ ਸਾਰੀ ਜਿਹੜੀ ਅੰਦਰ ਤਪਤ ਹੈ
ਭਾਵ ਤਪਸ਼ ਹੈ ਉਹ ਬੁਝਾ ਲਵੋ, ਤੁਹਾਡੀ ਵੀ ਬੁੱਝ ਜਾਏਗੀ। ਰਹਾਓ ਤਜ ਅਭਿਮਾਨ ਜਨਮ ਮਰਨ ਨਿਵਾਰੋ। ਅਭਿਮਾਨ ਹਿਰਦੇ ਦੇ ਅੰਦਰ ਜਿਹੜਾ ਮਾਣ ਬੈਠਾ ਹੋਇਆ ਉਹਨੂੰ ਛੱਡ ਕੇ ਆਪਣਾ ਜੰਮਣ ਮਰਨਾ ਜਿਹੜਾ ਹੈ ਨਿਵਾਰ ਲਵੋ, ਦੂਰ ਕਰ ਲਵੋ। ਹਰ ਕੇ ਦਾਸ ਕੇ ਚਰਨ ਨਮਸਕਾਰ ਹੋ। ਜਿਹੜਾ ਹਰੀ ਦਾ ਦਾਸ ਹੈ ਨਾ, ਰੱਬ ਦੇ ਭਾਵ ਜਿਹੜੇ ਸੰਤ ਨੇ, ਉਹਨਾਂ ਦੇ ਚਰਨਾਂ ਨੂੰ ਨਮਸਕਾਰਾਂ ਕਰੋ। ਹਰੀ ਦੇ ਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਣ ਕੇ ਵਿਚਰੇ ਹਨ। ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ। ਹਰੀ ਦੇ ਜਨ ਵੀ ਹਨ, ਸਤਿਪੁਰਖ ਵੀ, ਸਤ ਉਪਦੇਸ਼ਟਾ ਵੀ ਹਨ, ਸੱਚੇ ਪਾਤਸ਼ਾਹ ਸਤਿਗੁਰੂ ਵੀ ਹਨ, ਸਤਿਪੁਰਖ ਅਕਾਲ ਪੁਰਖ ਦਾ ਰੂਪ ਵੀ ਹਨ। ਇਉਂ ਜਿਹੜੇ ਉਹਨਾਂ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਵਾਹਿਗੁਰੂ ਦੇ ਦਾਸ ਬਣੇ ਹਨ, ਉਪਦੇਸ਼ ਨੂੰ ਕਮਾਉਂਦੇ ਨੇ, ਉਹਨਾਂ ਦੇ ਚਰਨਾਂ ਨੂੰ ਨਮਸਕਾਰਾਂ ਕਰੋ, ਭਾਵ ਝੁਕੋ ਉਹਨਾਂ ਦੇ ਅੱਗੇ। ਸਾਸ ਸਾਸ ਪ੍ਰਭ ਮਨ ਹੈ ਸੰਭਾਲੇ। ਸਾਹ ਸਾਹ ਨਾਲ ਆਉਂਦੇ ਜਾਂਦੇ ਸਵਾਸ ਦੁਆਰਾ ਪ੍ਰਭੂ ਪਰਮਾਤਮਾ ਨੂੰ ਮਨ ਦੇ ਅੰਦਰ ਹੀ ਯਾਦ ਕਰੋ, ਮਨ ਦੁਆਰਾ ਯਾਦ ਕਰੋ। ਸੋ ਧਨ ਸੰਚਹੁ ਜੋ ਚਾਲੈ ਨਾਲੇ। ਹੋਰ ਜਿਹੜਾ ਦੁਨਿਆਵੀ ਧਨ ਹੈ ਉਹ ਤਾਂ ਨਾਲ ਨਹੀਂ ਜਾਂਦਾ। ਐਸਾ ਵਾਹਿਗੁਰੂ ਪਰਮੇਸ਼ਰ ਦਾ ਧਨ, ਐਸਾ ਧਨ ਦੀਆ ਸੁਖਦਾਤਾ ਨਿਖੁੱਟ ਨਾ ਕਬਹੂ ਜਾਏ। ਜਿਹੜਾ ਮੁੱਕਣ ਵਾਲਾ ਨਹੀਂ ਤੇ ਨਾਲ ਸਦਾ ਰਹਿਣ ਵਾਲਾ, ਉਹ ਨਾਲ ਜਿਹੜਾ ਚੱਲਦਾ ਧਨ ਵਾਹਿਗੁਰੂ ਦੇ ਨਾਮ ਦਾ, ਉਹ ਇਕੱਠਾ ਕਰੋ। ਤਿਸਹਿ ਪ੍ਰਾਪਤ ਜਿਸ ਮਸਤਕ ਭਾਗ। ਇਹ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ 'ਤੇ ਪੂਰਬਲੇ ਜਨਮਾਂ ਦੇ ਨਿਸ਼ਕਾਮ ਕਰਮਾਂ ਦੇ ਫਲ ਵਜੋਂ ਵਾਹਿਗੁਰੂ ਨੇ ਭਾਗ ਲਿਖ ਦਿੱਤਾ ਹੈ। ਕਹੋ ਨਾਨਕ ਤਾ ਕੀ ਚਰਣੀ ਲਾਗ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਦੇ ਕੋਲ ਇਹ ਧਨ ਹੈ, ਜਿਸ ਦੇ ਮੱਥੇ 'ਤੇ ਨਾਮ ਸਿਮਰਨ ਦਾ ਭਾਗ ਲਿਖਿਆ ਹੋਇਆ ਤੇ ਨਾਮ ਸਿਮਰਦੇ ਨੇ, ਉਸ ਦੀ ਚਰਣੀ ਲੱਗੋ। ਸੋ ਇਸੇ ਪ੍ਰਕਾਰ ਤਿਸ ਪਰਮਾਤਮਾ ਦੀ ਚਰਣੀ ਨਾਮ ਰੂਪੀ ਸ਼ਬਦ ਰੂਪੀ ਚਰਨਾਂ ਨਾਲ ਲੱਗੋ। ਗੌੜੀ ਮਹੱਲਾ ਪੰਜਵਾ। ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ। ਜਿਹੜੇ ਜੀਵ ਜਨਮਾਂ ਜਨਮਾਂਤਰਾਂ ਦੇ ਪਾਪਾਂ ਕਰਕੇ, ਵਿਕਾਰਾਂ ਕਰਕੇ ਹਿਰਦੇ ਸੁੱਕ ਗਏ ਸੀ, ਉਹਨਾਂ ਨੂੰ ਖਿਨ ਵਿੱਚ ਹੀ ਹਰੇ ਕਰ ਦਿੰਦਾ ਪਰਮੇਸ਼ਰ। ਜਿਹੜੇ ਵਾਹਿਗੁਰੂ ਦੀ ਚਰਨੀ ਲੱਗੇ, ਉਹ ਜਿਹੜੇ ਸੁੱਕੀ ਲੱਕੜ ਵਰਗੇ, ਸੁੱਕੇ ਖੁਸ਼ਕ ਥਾਂ ਵਰਗੇ ਹਿਰਦੇ ਸੀ ਨਾ, ਖਾਲੀ ਨਾਮ ਸਿਮਰਨ ਦੇ ਰਸ ਤੋਂ ਬਗੈਰ, ਆਤਮਿਕ ਜੀਵਨ ਤੋਂ ਬਗੈਰ ਜਿਹੜਾ ਹਿਰਦਾ ਹੈ ਖੁਸ਼ਕ ਹੈ, ਸੁੱਕਾ ਹੋਇਆ ਮਾਰੂਥਲ ਵਰਗਾ। ਅਤੇ ਉਹ ਜੀਵ ਜਿਹੜੇ ਸੁੱਕ ਚੁੱਕੇ ਸੀ, ਉਹਨਾਂ ਨੂੰ ਹਰੇ ਕਰ ਦਿੱਤਾ ਖਿਨ ਦੇ ਵਿੱਚ ਹੀ, ਪਲਕ ਮਾਤਰ ਵਿੱਚ ਹੀ, ਪਲ ਮਾਤਰ ਵਿੱਚ ਹੀ। ਕਿਵੇਂ ਜੀ? ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ। ਅੰਮ੍ਰਿਤ ਆਤਮਿਕ ਮੌਤ ਤੋਂ ਰਹਿਤ ਕਰਨ ਵਾਲੀ ਜਿਹੜੀ ਦ੍ਰਿਸ਼ਟੀ ਹੈ ਨਾ ਪਰਮੇਸ਼ਰ ਦੀ, ਸਤਿਗੁਰਾਂ ਦੀ, ਕਿਉਂਕਿ ਅੱਗੇ ਬਚਨ ਸਤਿਗੁਰਾਂ ਦੇ ਵਾਚਕਾਰ ਹਨ, ਇਸ ਕਰਕੇ ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਭਰੀ ਦ੍ਰਿਸ਼ਟੀ ਪਾ ਕੇ, ਧੰਨ ਗੁਰੂ ਅੰਗਦ ਦੇਵ ਜੀ ਦੇ ਉਪਮਾ ਵਿੱਚ ਜਿਹੜੇ ਸਵਈਏ ਕਹੇ ਹਨ ਭੱਟਾਂ ਨੇ, ਉੱਥੇ ਸਤਿਗੁਰੂ ਅੰਗਦ ਦੇਵ ਜੀ ਬਾਰੇ ਕਿਹਾ ਅਮਿਓ ਦ੍ਰਿਸ਼ਟ, ਜਾਂ ਕਿ ਦ੍ਰਿਸ਼ਟ ਅੰਮ੍ਰਿਤ ਧਾਰ, ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਦੀ ਧਾਰਾ ਵਹਿੰਦੀ ਹੈ। ਜਾਂ ਕਿ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲਖ ਖਨ ਉਤਾਰ, ਤਿਮਰ ਗਿਆਨ ਜਾਹੇ ਦਰਸ ਦੁਆਰ। ਪਾਪਾਂ ਨੂੰ ਦੂਰ ਕਰ ਦਿੰਦੇ ਨੇ ਸਤਿਗੁਰੂ। ਕਿਰਪਾ ਕਟਾਹ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਸੋ ਇਸ ਪ੍ਰਕਾਰ ਜਿਨ੍ਹਾਂ ਦੇ ਨਜ਼ਰ ਪੈਣ ਦੇ ਨਾਲ, ਦ੍ਰਿਸ਼ਟੀ ਪੈਣ ਦੇ ਨਾਲ, ਜਿਨ੍ਹਾਂ ਦੇ ਦਰਸ਼ਨਾਂ ਦੁਆਰਾ ਅਗਿਆਨ ਦਾ ਹਨੇਰਾ ਮਿਟ ਜਾਂਦਾ ਹੈ, ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਭਰੀ ਦ੍ਰਿਸ਼ਟੀ ਪਾ ਕੇ, ਸੰਚ ਸਿੰਜ ਕੇ, ਉਹਨਾਂ ਦੇ ਹਿਰਦੇ ਅੰਦਰ ਅੰਮ੍ਰਿਤ ਦੀ ਦ੍ਰਿਸ਼ਟੀ ਦਾ ਜਲ ਸਿੰਜ ਕੇ ਜੀਵਾਏ ਜਿਉਂਦੇ ਕਰ ਦਿੱਤੇ ਹਨ। ਕਾਟੇ ਕਸ਼ਟ ਪੂਰੇ ਗੁਰਦੇਵ। ਪੂਰੇ ਸਤਿਗੁਰੂ ਜਿਨ੍ਹਾਂ 'ਚ ਕਿਸੇ ਤਰ੍ਹਾਂ ਦਾ ਅਧੂਰਾਪਣ ਨਹੀਂ, ਕਿਸੇ ਗੁਣ ਤੋਂ ਖਾਲੀ ਨਹੀਂ, ਸੱਚੇ ਪਾਤਸ਼ਾਹ ਅਧੂਰੇ ਨਹੀਂ ਹਨ, ਕੋਈ ਸ਼ਕਤੀ ਤੋਂ ਅਧੂਰੇ ਨਹੀਂ ਹਨ ਸੱਚੇ ਪਾਤਸ਼ਾਹ। ਜੋ ਚਾਹੁਣ ਸੋ ਕਰ ਦੇਣ, ਐਸੇ ਪੂਰੇ ਗੁਰ ਪੂਜਨੀਕ ਦੇਵ ਪ੍ਰਕਾਸ਼ ਰੂਪ ਸਤਿਗੁਰੂ ਮਹਾਰਾਜ। ਐਸੇ ਸਤਿਗੁਰਾਂ ਨੇ ਜਿਹੜਾ ਉਹਨਾਂ ਦੀ ਚਰਨੀ ਪਿਆ, ਸ਼ਰਣੀ ਆਇਆ, ਉਹਨਾਂ ਦੇ ਸ਼ਰਧਾਵਾਨਾਂ ਦੇ ਸਾਰੇ ਕਸ਼ਟ ਕੱਟ ਦਿੱਤੇ। ਸੇਵਕ ਕੋ ਦੀਨੀ ਆਪਣੀ ਸੇਵ। ਸੋ ਇਸ ਪ੍ਰਕਾਰ ਜਿਹੜਾ ਭਾਵਨਾ ਵਾਲਾ ਸੇਵਕ ਸੀ, ਉਹਨੂੰ ਸਤਿਗੁਰਾਂ ਨੇ ਆਪਣੀ ਸੇਵਾ ਬਖਸ਼ ਦਿੱਤੀ। ਤਾਂ ਸਤਿਗੁਰੂ ਮਹਾਰਾਜ ਜੀ ਸੇਵਾ ਬਖਸ਼ਦੇ ਸਿੱਖਾਂ ਨੂੰ ਹਨ ਕਿ ਵਾਹਿਗੁਰੂ ਦੇ ਪਿਆਰਿਆਂ ਦੀ ਸੇਵਾ ਕਰੋ, ਤਨ ਕਰਕੇ ਅਤੇ ਮਨ ਕਰਕੇ ਪਰਮੇਸ਼ਰ ਦੀ ਸੇਵਾ ਕਰੋ, ਵਾਹਿਗੁਰੂ ਦਾ ਸਿਮਰਨ ਕਰੋ। ਇਹ ਸੇਵਾ ਬਖਸ਼ ਦਿੱਤੀ। ਰਹਾਓ ਮਿਟ ਗਈ ਚਿੰਤ ਪੁਨੀ ਮਨ ਆਸਾ। ਉਹਨਾਂ ਦੀਆਂ ਸਾਰੀਆਂ ਮਨ ਦੀਆਂ ਜਿਹੜੀਆਂ ਆਸਾਂ ਸਨ,
ਉਹ ਪੁੰਨੀਆਂ ਪੂਰੀਆਂ ਹੋ ਗਈਆਂ ਤੇ ਹਰ ਤਰ੍ਹਾਂ ਦੀ ਹੁਣ ਚਿੰਤਾ ਹਿਰਦੇ 'ਚੋਂ ਮਿਟ ਗਈ ਹੈ। ਰੱਬ ਦੇ ਪਿਆਰੇ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਕਰਦੇ ਹਨ, ਕੋਈ ਸੋਗ ਫਿਕਰ ਨਹੀਂ ਵਿਆਪਦਾ ਉਹਨਾਂ ਨੂੰ, ਤੇ ਮਨ ਦੀਆਂ ਸਭ ਜੋ ਆਸਾਂ ਹੁੰਦੀਆਂ ਪੂਰੀਆਂ ਹੋ ਜਾਂਦੀਆਂ ਹਨ। ਫਿਰ ਆਖਰ ਨੂੰ ਆਸਾ ਮੁੱਕ ਹੀ ਜਾਂਦੀ ਹੈ, ਆਸਾ ਸਮਾ ਹੀ ਜਾਂਦੀ ਹੈ, ਲੀਨ ਹੋ ਜਾਂਦੀ ਹੈ, ਭਾਵ ਖਤਮ ਹੋ ਜਾਂਦੀ ਹੈ, ਆਸਾ ਪੁੱਜਦੀ ਨਹੀਂ, ਮਨ 'ਚ ਫੁਰਨਾ ਹੀ ਨਹੀਂ ਫੁਰਦਾ ਹੈ। ਕਰੀ ਦਇਆ ਸਤਿਗੁਰ ਗੁਣ ਤਾਸਾ, ਜੋ ਸਤਿਗੁਰੂ ਜੀ ਗੁਣਾਂ ਦੇ ਤਾਸ ਖਜ਼ਾਨਾ ਹਨ, ਸਮੂਹ ਗੁਣਾਂ ਦੇ ਖਜ਼ਾਨੇ ਸਤਿਗੁਰਾਂ ਨੇ ਐਸੀ ਦਇਆ ਕੀਤੀ ਆਪਣੇ ਸੇਵਕਾਂ ਉੱਪਰ। ਦੁੱਖ ਨਾਠੇ ਸੁਖ ਆਏ ਸਮਾਏ, ਜਿਹੜੇ ਦੁੱਖ ਸੀ ਨਾ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਜਦੋਂ ਦੁੱਖਾਂ ਰੋਗਾਂ ਦਾ ਡੇਰਾ ਗਿਆਨ ਨਹੀਂ ਭੰਨ ਦਿੱਤਾ, ਫਿਰ ਉੱਥੇ ਦੁੱਖ ਕਿੱਥੇ ਆਉਣਗੇ। ਦੁੱਖ ਦੂਰ ਦੂਰ ਨੱਠ ਕੇ, ਇਹਦਾ ਅਰਥ ਇਹ ਨਹੀਂ ਵੀ ਸਰੀਰਕ ਤੌਰ 'ਤੇ ਕੋਈ ਦੁੱਖ ਤਕਲੀਫ ਨਹੀਂ ਉਹਨਾਂ ਨੂੰ ਆਉਂਦੀ, ਪਰ ਕੋਈ ਵੀ ਦੁੱਖ ਉਹਨਾਂ ਦੇ ਮਨ ਦੇ ਨੇੜੇ ਨਹੀਂ ਆਉਂਦਾ, ਹੋ ਨਹੀਂ ਸਕਦਾ। ਇਸ ਕਰਕੇ ਦੁੱਖ ਦੂਰ ਨੱਠ ਗਏ। ਸੁਖ ਆਏ ਸਮਾਏ, ਤੇ ਸਾਰੇ ਸਰਬ ਸੁਖਾ ਹਰ ਹਰ ਗੁਣ ਗਾਏ। ਜਿਹੜਾ ਸਾਰੇ ਸੁੱਖਾਂ ਦਾ ਸ਼੍ਰੋਮਣੀ ਸੁੱਖ ਹੈ ਵਾਹਿਗੁਰੂ ਦੇ ਸਿਮਰਨ ਦਾ, ਗਿਆਨ ਦਾ, ਉਹ ਜਿਹੜੇ ਸੁੱਖ ਹਨ ਨਾ ਆਤਮਿਕ ਸੁੱਖ ਆ ਕੇ ਸਮਾ ਗਏ ਹਿਰਦੇ ਅੰਦਰ। ਢੀਲ ਨਾ ਪਰੀ ਜਾਂ ਗੁਰ ਫਰਮਾਏ, ਕੋਈ ਢਿੱਲ ਨਹੀਂ ਪਈ ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਫਰਮਾਨ ਜਾਰੀ ਹੋ ਗਿਆ। ਜਦੋਂ ਗੁਰੂ ਮਹਾਰਾਜ ਨੇ ਫਰਮਾਇਆ, ਭਾਵ ਹੁਕਮ ਕੀਤਾ, ਬਖਸ਼ਿਸ਼ ਦਾ ਬਚਨ ਉਚਾਰਿਆ, ਤਾਂ ਫਿਰ ਕੋਈ ਢਿੱਲ ਨਾ ਪਈ, ਫਟਾਫਟ ਹੀ ਸਾਰਾ ਕੁਝ ਹੋ ਗਿਆ। ਇਸ਼ ਪੁੰਨੀ ਪੂਰੇ ਗੁਰ ਮਿਲੇ, ਔਰ ਜਦੋਂ ਪੂਰੇ ਸਤਿਗੁਰੂ ਮਹਾਰਾਜ ਦਾ ਮਿਲਾਪ ਹੋਇਆ ਤੇ ਸੇਵਕ ਦੇ ਮਨ ਦੀਆਂ ਸਭ ਇੱਛਾਂ ਪੁੱਜ ਗਈਆਂ, ਪੂਰੀਆਂ ਹੋ ਗਈਆਂ। ਨਾਨਕ ਤੇ ਜਨ ਸਫਲ ਫਲੇ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਉਹ ਜਨ ਜਿਹੜੇ ਸੇਵਕ ਹਨ ਨਾ, ਉਹ ਸ੍ਰੇਸ਼ਟ ਫਲਾਂ ਦੇ ਸਹਿਤ ਫਲੀਭੂਤ ਹੋਏ। ਸ੍ਰੇਸ਼ਟ ਫਲ ਉਹਨਾਂ ਨੂੰ ਲੱਗੇ ਤੇ ਉਹਨਾਂ ਫਲਾਂ ਨਾਲ ਉਹ ਭਾਵ ਫਲ ਦੇ ਸਹਿਤ ਹੋ ਗਏ। ਸ੍ਰੇਸ਼ਟ ਫਲ ਹਨ ਨਾਮ ਦਾ, ਗਿਆਨ ਦਾ, ਵੈਰਾਗ ਦਾ, ਆਦਿਕ ਵਾਹਿਗੁਰੂ ਦੇ ਧਿਆਨ ਦਾ। ਇਹ ਸ੍ਰੇਸ਼ਟ ਫਲ ਉਹਨਾਂ ਨੂੰ ਲੱਗੇ ਤੇ ਇਹਨਾਂ ਫਲਾਂ ਨਾਲ ਲੱਦੇ ਪੱਥੇ ਗਏ, ਫਲੀਭੂਤ ਹੋ ਗਏ। ਗੌੜੀ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਗੌੜੀ ਰਾਗਣੀ ਅੰਦਰ ਅਗਲਾ ਸ਼ਬਦ ਉਚਾਰਨ ਕਰਦੇ ਹਨ। ਤਾਪ ਗਏ ਪਾਈ ਪ੍ਰਭ ਸ਼ਾਂਤ, ਜਦੋਂ ਪ੍ਰਭੂ ਅਕਾਲ ਪੁਰਖ ਨੇ ਅੰਦਰ ਸ਼ਾਂਤੀ ਪਾ ਦਿੱਤੀ ਤਾਂ ਸਾਰੇ ਤਾਪ ਅੰਦਰੋਂ ਚਲੇ ਗਏ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਤਾਪ ਲਾਹਿਆ ਗੁਰ ਸਿਰਜਣਹਾਰ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜਦੋਂ ਅੰਦਰ ਸ਼ਾਂਤੀ ਬਖਸ਼ਣ ਦੇ ਨਾਮ ਸਿਮਰਨ ਦੁਆਰਾ ਅੰਦਰ ਠੰਡ ਵਰਤ ਜਾਂਦੀ ਹੈ ਤੇ ਸਾਰੇ ਜਿਹੜੇ ਮਨ ਨੂੰ ਤਪਾਉਣ ਵਾਲੇ ਚਿੰਤਾ ਝੋਰੇ ਵਿਕਾਰ ਆਦਿਕ ਹਨ ਉਹ ਨੱਠ ਗਏ, ਤਾਪ ਨਹੀਂ ਕੋਈ ਰਹਿ ਗਿਆ। ਸੀਤਲ ਭਏ ਕੀਨੀ ਪ੍ਰਭ ਦਾਤ, ਪ੍ਰਭੂ ਅਕਾਲ ਪੁਰਖ ਨੇ ਐਸੀ ਦਾਤ ਕੀਤੀ, ਭਾਵ ਦਾਤ ਬਖਸ਼ੀ ਕਿ ਉਹ ਗੁਰਮੁਖ ਪਿਆਰੇ ਸੀਤਲ ਹੋ ਗਏ, ਸੀਤਲ ਠੰਡੇ ਠਾਰ ਹੋ ਗਏ। ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਇਸ ਪ੍ਰਕਾਰ ਦੀ ਦਾਤ ਸੱਚੇ ਪਾਤਸ਼ਾਹ ਨੇ ਬਖਸ਼ੀ। ਹਜ਼ੂਰ ਕਹਿੰਦੇ ਗੁਰੂ ਅਰਜਨ ਦੇਵ ਜੀ ਕਿ ਨਹਿ ਸੀਤਲੰਗ ਚੰਦਰ ਦੇਵ ਹੈ, ਲੋਕਾਂ ਨੇ ਚੰਦਰਮਾ ਨੂੰ ਬੜਾ ਠੰਡਾ ਮੰਨਿਆ, ਪਰ ਜਿਹੜੀਆਂ ਵਿਛੋੜੇ ਵਾਲੀਆਂ ਇਸਤਰੀਆਂ ਪਤੀ ਵਰਤਾ, ਉਹਨਾਂ ਨੂੰ ਪਤੀ ਦੇ ਵਿਛੋੜੇ ਵਿੱਚ ਇਹ ਚੰਦਰਮਾ ਦੀਆਂ ਕਿਰਨਾਂ ਵੀ ਇੰਝ ਪ੍ਰਤੀਤ ਹੁੰਦੀਆਂ ਜਿਵੇਂ ਤੀਰ ਹਨ, ਜਿਵੇਂ ਤੀਰ ਵੱਜਦੇ ਨੇ। ਇਸ ਪ੍ਰਕਾਰ ਉਹ ਵਿਛੋੜੇ ਦਾ ਦੁੱਖ ਤਾਂ ਚੰਦਰਮਾ ਦੀਆਂ ਕਿਰਨਾਂ ਦੂਰ ਨਹੀਂ ਕਰ ਸਕਦੀਆਂ। ਨਹਿ ਸੀਤਲੰਗ 52 ਚੰਦਨ ਹੈ, 52 ਚੰਦਨ 52 ਕੁੰਗਲਾਂ ਕੱਦ ਹੁੰਦਾ ਉਹਦਾ, ਅਤੇ ਉਹ ਜਿਹੜਾ ਚੰਦਨ ਹੈ ਉਹ ਇੰਨਾ ਠੰਡਾ ਮੰਨਿਆ ਕਿ ਸੱਪ ਉਹਦੇ ਨਾਲ ਪਲਮੇ ਰਹਿੰਦੇ ਆ, ਲਮਕਦੇ ਰਹਿੰਦੇ ਨੇ। ਜਿੰਨਾ ਚਿਰ ਉਹਦਾ ਢਿੱਡ ਛਾਤੀ ਨਾਲ ਲੱਗੀ ਰਹਿੰਦੀ ਹੈ, ਉਹਨਾਂ ਦੀ ਜ਼ਹਿਰ ਸ਼ਾਂਤ ਰਹਿੰਦੀ ਹੈ। ਅਤੇ ਇਸੇ ਪ੍ਰਕਾਰ ਕਹਿੰਦੇ ਇੱਕ ਮਣ ਪੱਕਾ ਪਾਣੀ ਜਾਂ ਕੁਆਂਟਲ ਪਾਣੀ ਤਪਾਇਆ ਹੋਵੇ ਅੱਗ 'ਤੇ, ਉਹਨੂੰ ਇੱਕ ਥੋੜ੍ਹਾ ਜਿਹਾ ਤੋਲਾ ਪਰ ਚੰਦਨ ਉਹਦੇ 'ਚ ਪਾ ਦਈਏ ਤਾਂ ਉਹ ਠਾਰ ਕੇ ਬਰਫ਼ ਵਰਗਾ ਉਸ ਪਾਣੀ ਨੂੰ ਕਰ ਦਿੰਦਾ, ਤੱਤੇ ਪਾਣੀ ਨੂੰ। ਇੰਨਾ ਠੰਡਾ ਮੰਨਿਆ ਚੰਦਨ। ਪਰ ਮਹਾਰਾਜ ਕਹਿੰਦੇ ਨਹੀਂ, ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ 52 ਚੰਦਨ ਹੈ। ਹੁਣ ਸੱਪਾਂ ਦੀ ਜ਼ਹਿਰ ਸਦਾ ਵਾਸਤੇ ਤਾਂ ਨਹੀਂ ਮੇੜ ਸਕਦਾ, ਭਾਵੇਂ ਬੜਾ ਠੰਡਾ ਮੰਨਿਆ। ਅਤੇ ਇਸੇ ਤਰ੍ਹਾਂ ਨਹਿ ਸੀਤਲੰਗ ਸੀਤ ਰੁਤੇਣ, ਸੀਤਲ ਰੁੱਤ ਜਿਹੜੀ ਠੰਡ ਦੀ ਰੁੱਤ ਹੈ ਇਹ ਵੀ ਬੜੀ ਠੰਡੀ ਮੰਨੀ ਹੈ। ਪਰ ਹਜ਼ੂਰ ਕਹਿੰਦੇ ਨਹੀਂ, ਇਹ ਵੀ ਠੰਡੀ ਨਹੀਂ ਹੈ। ਜਿਨ੍ਹਾਂ ਦੇ ਅੰਦਰ ਸੜਕੇ ਦੀ ਬਿਮਾਰੀ ਹੈ ਉਹਨਾਂ ਨੂੰ ਇਹ ਸੀਤਲ ਰੁੱਤ ਵੀ ਠੰਡ ਨਹੀਂ ਪ੍ਰਦਾਨ ਕਰ ਸਕਦੀ, ਅੰਦਰੋਂ ਸੜਦੇ ਰਹਿੰਦੇ ਆ। ਸੋ ਇਸੇ ਪ੍ਰਕਾਰ ਨਾਨਕ ਸੀਤਲੰਗ ਸਾਧ ਸਵੱਜਨ, ਜਿਨ੍ਹਾਂ ਨੂੰ
ਵਾਹਿਗੁਰੂ ਨੇ ਆਪਣੇ ਸਾਧੂ ਬਣਾ ਲਿਆ ਨਾ ਸਿਮਰਨ ਭਜਨ ਬਖਸ਼ ਕੇ, ਉਹਨਾਂ ਵਰਗਾ ਕੋਈ ਠੰਡਾ ਨਹੀਂ। ਅਸਲ ਠੰਡ ਉਹਨਾਂ ਦੇ ਅੰਦਰ ਹੈ। ਸੋ ਇਸ ਪ੍ਰਕਾਰ ਐਸੀ ਸੀਤਲਤਾ ਸੱਚੇ ਪਾਤਸ਼ਾਹ ਜੀ ਨੇ ਬਖਸ਼ ਦਿੱਤੀ ਹੈ। ਪ੍ਰਭ ਕਿਰਪਾ ਤੇ ਭਏ ਸੁਹੇਲੇ, ਪ੍ਰਭੂ ਦੀ ਕਿਰਪਾ ਨਾਲ ਉਹ ਸੁਖਾਲੇ ਹੋ ਗਏ ਹਨ, ਸੁਹੇਲੇ ਸੁਖੀ ਹੋ ਗਏ ਹਨ। ਜਨਮ ਜਨਮ ਕੇ ਵਿਛੜੇ ਮੇਲੇ, ਜਿਹੜੇ ਜਨਮਾਂ ਜਨਮਾਂਤਰਾਂ ਦੇ ਵਾਹਿਗੁਰੂ ਤੋਂ ਵਿਛੜੇ ਹੋਏ ਸੀ, ਉਹਨਾਂ ਨੂੰ ਮੇਲ ਲਿਆ ਹੈ ਵਾਹਿਗੁਰੂ ਜੀ ਨੇ, ਆਪਣੇ ਨਾਲ ਮਿਲਾ ਲਿਆ ਹੈ। ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ, ਪ੍ਰਭੂ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਿਆਂ ਕਰਦਿਆਂ ਸਿਮਰਦਿਆਂ ਸਿਮਰਦਿਆਂ ਸਗਲ ਰੋਗ ਕਾ ਬਿਨਸਿਆ ਥਾਉ, ਸਾਰਿਆਂ ਰੋਗਾਂ ਦਾ ਥਾਉ ਹੀ ਬਿਨਸ ਗਿਆ। ਭਾਵ ਮੂਲੋਂ ਮੁੱਢ ਤੋਂ ਹੀ ਸਾਰੇ ਰੋਗ ਬਿਨਸ ਗਏ। ਜਿਸ ਕਾਰਨ ਕਰਕੇ ਰੋਗ ਆਉਂਦਾ ਸੀ ਉਹ ਮੂਲ ਨਹੀਂ ਰਿਹਾ, ਥਾਂ ਹੀ ਬਿਨਸ ਗਿਆ ਜਿੱਥੇ ਰੋਗਾਂ ਦਾ ਨਿਵਾਸ ਹੋਣਾ। ਸੋ ਇਸ ਪ੍ਰਕਾਰ ਅਗਿਆਨ ਕਰਕੇ ਸਰੀਰ ਨੂੰ ਆਪਣਾ ਰੂਪ ਮੰਨਣ ਕਰਕੇ ਰੋਗਾਂ ਦਾ ਪ੍ਰਭਾਵ ਪੈਂਦਾ। ਇਸੇ ਤਰ੍ਹਾਂ ਜਿਹੜੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਰੂਪੀ ਰੋਗ ਹਨ, ਇਹ ਸਾਰੇ ਬਿਨਸ ਗਏ, ਥਾਂ ਹੀ ਬਿਨਸ ਗਿਆ ਇਹਨਾਂ ਦਾ, ਕੋਈ ਟਿਕਾਣਾ ਨਹੀਂ ਰਹਿ ਗਿਆ, ਕਿੱਥੇ ਆ ਕੇ ਚੰਬੜਨਗੇ। ਮਨ ਵਾਹਿਗੁਰੂ ਦੇ ਸਿਮਰਨ ਵਿੱਚ ਹੀ ਰਹਿੰਦਾ। ਸਹਿਜ ਸੁਭਾਏ ਬੋਲੇ ਹਰ ਬਾਣੀ, ਉਹ ਜਿਹੜਾ ਗੁਰਮੁਖ ਪਿਆਰਾ ਹੈ, ਜਿਸ ਤੇ ਬਖਸ਼ਿਸ਼ ਹੋਈ ਹੈ, ਉਹ ਸਹਿਜ ਮਾਨਸਿਕ ਅਡੋਲਤਾ ਵਾਲੀ ਅਵਸਥਾ ਵਿੱਚ ਪਹੁੰਚ ਕੇ ਸੁਭਾਏ ਸ੍ਰੇਸ਼ਟ ਪ੍ਰੇਮ ਦੇ ਸਹਿਤ ਹੋ ਕੇ, ਤੇ ਸਹਿਜ ਸੁਭਾਅ ਵੀ ਇਹਨੂੰ ਆਪਾਂ ਆਮ ਤੌਰ 'ਤੇ ਕਹਿ ਦਿੰਦੇ, ਗੁਰਾਂ ਦੇ ਪ੍ਰੇਮ ਦੁਆਰਾ ਵਾਹਿਗੁਰੂ ਦੇ ਪ੍ਰੇਮ ਵਿੱਚ ਆ ਕੇ ਬੋਲਦਾ ਹੈ ਹਰ ਬਾਣੀ। ਹਰੀ ਪਰਮੇਸ਼ਰ ਦੀ ਸਿਫਤ ਸਲਾਹ ਵਾਲੀ ਜਿਹੜੀ ਬਾਣੀ ਹੈ ਗੁਰਾਂ ਦੇ ਮੁਖ ਤੋਂ ਉਚਾਰੀ ਹੋਈ, ਉਹ ਬੋਲਦਾ ਹੈ। ਇਸ ਕਰਕੇ ਐਸੀ ਅਵਸਥਾ ਹੈ। ਆਠ ਪਹਿਰ ਪ੍ਰਭ ਸਿਮਰਹੁ ਪ੍ਰਾਣੀ, ਇਸੇ ਕਰਕੇ ਹਜ਼ੂਰ ਕਹਿੰਦੇ ਇਹ ਪ੍ਰਾਣਾ ਧਾਰੀ ਜੀਓ, ਇਹ ਸਵਾਸਾਂ ਦੇ ਪੁਤਲੇ ਤੁਸੀਂ ਜੀਓ, ਐਸੇ ਪ੍ਰਭੂ ਨੂੰ ਅੱਠੇ ਪਹਿਰ ਹੀ ਸਿਮਰਿਆ ਕਰੋ। ਜਿਵੇਂ ਗੁਰਮੁਖ ਪਿਆਰੇ ਸਿਮਰਦੇ ਹਨ ਤੇ ਐਸੀ ਉੱਚੀ ਅਵਸਥਾ ਪ੍ਰਾਪਤ ਕਰ ਲੈਂਦੇ ਹੈ ਕਿ ਉਹਨਾਂ ਦੇ ਅੰਦਰ ਠੰਡ ਵਿਆਪਦੀ ਹੈ, ਸ਼ਾਂਤੀ ਆ ਜਾਂਦੀ ਹੈ, ਸਦਾ ਵਾਸਤੇ ਸੁਖਾਲੇ ਹੋ ਜਾਂਦੇ ਨੇ। ਅਤੇ ਇਸ ਕਰਕੇ ਤੁਸੀਂ ਵੀ ਪ੍ਰਭੂ ਪਰਮਾਤਮਾ ਦਾ ਅੱਠੇ ਪਹਿਰੇ ਸਿਮਰਨ ਕਰੋ। ਦੁੱਖ ਦਰਦ ਜਮ ਨੇੜ ਨਾ ਆਵੇ, ਉਸ ਵਿਅਕਤੀ ਦੇ ਨੇੜੇ ਨਾ ਤਾਂ ਜਿਹੜਾ ਦੁੱਖ ਹੈ ਵਾਹਿਗੁਰੂ ਤੋਂ ਵਿਛੋੜੇ ਦਾ। ਇਸੇ ਪ੍ਰਕਾਰ ਹੋਰ ਜਿਹੜੇ ਅਨੇਕਾਂ ਤਰ੍ਹਾਂ ਦੇ ਦੁੱਖ ਹਨ, ਭਾਵ ਕਿ ਦੁੱਖ ਦਾ ਅਸਰ ਨਹੀਂ ਪੈਂਦਾ, ਇਹ ਦੁੱਖ ਨਹੀਂ ਨੇੜੇ ਆਉਂਦਾ। ਦਰਦਾਂ ਜਿਹੜੀਆਂ ਜੰਮਣ ਮਰਨ ਦੀਆਂ ਦਰਦਾਂ ਹਨ, ਸੋ ਇਹ ਨਹੀਂ ਆਉਂਦੀਆਂ। ਜਮ ਨੇੜ ਨਾ ਆਵੇ, ਸੋ ਜਮ ਦੂਤ ਜਿਹੜਾ ਧਰਮਰਾਜ ਦੇ ਦੂਤ ਜਮ ਧਰਮਰਾਜਾ, ਉਹ ਨੇੜੇ ਵੀ ਨਹੀਂ ਉਹਨਾਂ ਦੇ ਆ ਸਕਦਾ। ਨਾ ਕੋਈ ਦੁੱਖ ਨਾ ਦਰਦ ਨਾ ਜਮ ਨੇੜੇ ਆਉਂਦਾ ਹੈ। ਕਹੋ ਨਾਨਕ ਜੋ ਹਰ ਗੁਣ ਗਾਵੇ। ਸਤਿਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਉਸ ਵਿਅਕਤੀ ਦੀ ਗੱਲ ਕਰ ਰਹੇ ਹਾਂ ਜਿਹੜਾ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਹੀ ਗਾਉਂਦਾ ਰਹਿੰਦਾ ਹੈ। ਕੋਈ ਗਾਵੇ ਕੋ ਸੁਣੇ, ਕੋਈ ਕਰੇ ਵਿਚਾਰ, ਕੋ ਉਪਦੇਸੈ ਕੋ ਦ੍ਰਿੜਾ, ਤਿਸਕਾ ਹੋਏ ਉਧਾਰ। ਕਿਲ ਵਿਖ ਕਾਟਾ ਹੋਏ ਨਿਰਮਲਾ, ਜਨਮ ਜਨਮ ਮਲ ਜਾਏ। ਹਲਤ ਪਲਤ ਮੁਖੂਜਲਾ ਨ ਪੋਹੈ ਤਿਸ ਮਾਏ। ਸੋ ਸੁਰਤਾ ਸੋ ਬੈਸਨੋ, ਸੋ ਗਿਆਨੀ ਧਨਵੰਤ। ਸੋ ਸੂਰਾ ਕੁਲਵੰਤ, ਸੋ ਜਨ ਭਜਿਆ ਭਗਵੰਤ। ਖੱਤਰੀ ਬ੍ਰਾਹਮਣ ਸੂਦ ਬੈਸ, ਉਧਰੈ ਸਿਮਰ ਚੰਡਾਲ। ਜਿਨ ਜਾਣਿਓ ਪ੍ਰਭ ਆਪਣਾ, ਨਾਨਕ ਤਿਸ ਹਰਵਾਲ। ਇਸ ਕਰਕੇ ਸਤਿਗੁਰੂ ਮਹਾਰਾਜ ਬਾਰ-ਬਾਰ ਇਹੀ ਉਪਦੇਸ਼ ਦੇ ਰਹੇ ਨੇ। ਵਾਹਿਗੁਰੂ ਦੇ ਗੁਣਾਨਵਾਦ ਨੂੰ ਜੋ ਮਨੋ ਹੋ ਕੇ ਗਾਉਂਦਾ ਹੈ, ਉਹਦੇ ਨੇੜੇ ਕੋਈ ਦੁੱਖ, ਕੋਈ ਦਰਦ, ਕੋਈ ਧਰਮਰਾਜ ਜਾਂ ਉਹਦਾ ਕੋਈ ਦੂਤ ਜਮ ਨੇੜੇ ਨਹੀਂ ਆਉਂਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾ ਰਹੇ ਨੇ, ਭਲੇ ਦਿਨਸ ਭਲੇ ਸੰਜੋਗ। ਉਹ ਦਿਨ ਬਹੁਤ ਭਲੇ ਚੰਗੇ। ਆਮ ਤੌਰ 'ਤੇ ਸਨਾਤਨ ਮਤ ਦੇ ਅੰਦਰ ਜਿਹੜਾ ਵਹਿਮ ਭਰਮ ਹੈ ਵੀ ਕਿਹੜਾ ਦਿਨ ਚੰਗਾ ਕਿਹੜਾ ਮਾੜਾ। ਜਿਵੇਂ ਕਹਿੰਦੇ ਸੰਗਰਾਂਦ ਦਾ ਦਿਨ ਬੜਾ ਚੰਗਾ, ਮੱਸਿਆ ਦਾ ਦਿਨ ਬੜਾ ਚੰਗਾ, ਅਤੇ ਫਲਾਣਾ ਜਿਹੜਾ ਦਿਨ ਵਾਰ ਉਹ ਬੜਾ ਚੰਗਾ ਕਿਸੇ ਕੰਮ ਨੂੰ ਕਰਨ ਲਈ। ਇਸ ਦਿਨ ਵਿਆਹ ਨਾ ਰਚਿਓ, ਵੀਰਵਾਰ ਨਹੀਂ ਚੰਗਾ, ਆਹ ਫਲਾਣਾ ਦਿਨ ਸ਼ਨਿਚਰਵਾਰ ਬੜਾ ਮਾੜਾ। ਇਤਿਆਦਿਕ ਇਉਂ ਉਹ ਦਿਨਾਂ ਦੀ ਵਿਚਾਰ ਕਰਦੇ ਨੇ। ਅਤੇ ਸਾਡੇ ਸਿੱਖਾਂ ਦੇ ਘਰਾਂ ਜੰਮੇ ਲੋਕ ਵੀ, ਗੁਰੂ ਨਾਨਕ ਸਾਹਿਬ ਦੇ ਅਨੁਯਾਈ ਕਹਾਉਣ ਵਾਲੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਵੀ ਇਹਨਾਂ ਦਿਨਾਂ ਦਾ ਹੀ ਵਹਿਮ ਭਰਮ ਚੱਕੀ ਫਿਰਦੇ ਨੇ। ਫਲਾਣਾ ਦਿਨ ਚੰਗਾ, ਫਲਾਣਾ ਦਿਨ ਮਾੜਾ। ਸਤਿਗੁਰੂ ਮਹਾਰਾਜ ਨੇ ਬਚਨ ਕੀਤਾ, ਨਾਨਕ ਸੋਈ ਦਿਨ ਸੁਹਾਵੜਾ। ਜਿਤ ਪ੍ਰਭ ਆਵੈ ਚਿੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ। ਫਿੱਟ ਭਲੇਰੀ ਰੁੱਤ। ਜਿਸ ਦਿਨ ਵਾਹਿਗੁਰੂ ਪਰਮਾਤਮਾ ਸਿਮਰਤੀ 'ਚੋਂ ਵਿਸਰਦਾ, ਉਹ ਭਲੀ ਰੁੱਤ ਭਾਵੇਂ ਬਸੰਤ ਰੁੱਤ ਵੀ ਕਿਉਂ ਨਾ ਹੋਵੇ, ਉਹ ਵੀ ਫਿਟਕਾਰਯੋਗ ਹੈ।
ਤੇ ਉਹ ਦਿਨ ਸੋਭਨੀਕ ਹੈ ਜਿਸ ਦਿਨ ਪਰਮੇਸ਼ਰ ਅਕਾਲ ਪੁਰਖ ਚਿੱਤ ਵਿੱਚ ਚੇਤੇ ਆਉਂਦਾ ਹੈ। ਇਸੇ ਤਰ੍ਹਾਂ ਇੱਥੇ ਹਜ਼ੂਰ ਫਰਮਾ ਰਹੇ ਨੇ ਭਲੇ ਦਿਨ, ਉਹ ਭਲੇ ਦਿਨ ਸ਼ੋਭਨੀਕ ਦਿਨ ਹਨ ਸਾਡੇ ਵਾਸਤੇ, ਭਲੇ ਸੰਜੋਗ ਤੇ ਸੰਜੋਗ ਮਿਲਾਪ ਦਾ ਸਮਾਂ, ਜਿਹੜਾ ਜੋੜ ਮਿਲਾਪ ਹੋਇਆ ਰੱਬ ਦੇ ਪਿਆਰਿਆਂ ਨਾਲ, ਜਾਂ ਮੱਥੇ ਦੇ ਸੰਜੋਗ ਪ੍ਰਗਟੇ ਹਨ। ਜਿਤ ਭੇਟੇ ਪਾਰ ਬ੍ਰਹਮ ਨਿਰਜੋਗ, ਜਿਸ ਦਿਨ ਜਿਸ ਸੰਜੋਗ ਭਲੇ ਸਮੇਂ ਮਿਲਾਪ ਵਾਲੇ ਸਮੇਂ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਨਿਰਜੋਗ ਹੈ, ਭਾਵ ਕਿ ਵਾਹਿਗੁਰੂ ਮਾਇਆ ਵਿੱਚ ਜੁੜਿਆ ਹੋਇਆ ਨਹੀਂ ਹੈ, ਨਿਰ ਰਹਿਤ ਹੈ ਜੋਗ ਮਾਇਆ ਵਿੱਚ ਜੁੜਨ ਤੋਂ। ਐਸਾ ਜਿਹੜਾ ਵਾਹਿਗੁਰੂ ਹੈ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ, ਜਿਸ ਦਿਨ ਉਹਦੇ ਨਾਲ ਮਿਲਾਪ ਹੋਇਆ, ਉਹ ਦਿਨ, ਉਹ ਸੰਜੋਗ, ਸਮਾਂ, ਮਹੂਰਤ ਤੋਂ ਸਭ ਕੁਝ ਭਲਾ ਹੀ ਸੀ। ਉਹ ਬੇਲਾ ਕੋ ਹੋਂ ਬਲ ਜਾਓ, ਉਸ ਵੇਲੇ ਉਸ ਸਮੇਂ ਤੋਂ ਮੈਂ ਬਲਿਹਾਰ ਕੁਰਬਾਨ ਜਾਵਾਂ। ਜਿਤ ਮੇਰਾ ਮਨ ਜਪੈ ਹਰ ਨਾਮ, ਜਿਸ ਸਮੇਂ ਮੇਰਾ ਮਨ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ। ਰਹਾਓ, ਸਫਲ ਮਹੂਰਤ ਸਫਲ ਉਹ ਕਰੀ, 2 ਘੜੀਆਂ ਦੇ ਸਮੇਂ ਨੂੰ ਮਹੂਰਤ ਕਿਹਾ ਜਾਂਦਾ ਹੈ। ਉਹ ਮਹੂਰਤ ਵੀ ਸਫਲਾ ਫਲ ਸਹਿਤ ਹੈ, ਭਾਵ ਭਲਾ ਹੈ, ਲਾਭਦਾਇਕ ਹੈ। ਸਫਲ ਉਹ ਕਰੀ, ਉਹ ਜਿਹੜੀ ਘੜੀ ਆ 24 ਮਿੰਟ ਦੀ ਘੜੀ ਅੱਜ ਕੱਲ੍ਹ ਹੁੰਦੀ ਹੈ, ਪੁਰਾਣੇ ਸਮੇਂ 'ਚ 22.5 ਮਿੰਟ ਦੀ ਹੁੰਦੀ ਸੀ। ਉਹ ਘੜੀ ਵੀ, ਉਹ ਵੇਲਾ, ਉਹ ਘੜੀ, ਉਹ ਵੀ ਸਫਲੀ ਹੈ, ਫਲ ਦੇ ਸਹਿਤ ਹੈ। ਜਿਤ ਰਸਨਾ ਉਚਰੈ ਹਰ ਹਰੀ, ਜਿਸ ਘੜੀ ਵੇਲੇ ਜਿਹੜੀ ਰਸਨਾ ਸਾਡੀ ਜੀਭ ਹੈ, ਇਹ ਹਰੀ 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 ਅਕਾਲ ਪੁਰਖ ਜੋ ਦੁੱਖਾਂ ਦਾ ਹਾਰਕ ਹੈ, ਸ਼ੁਭ ਗੁਣਾਂ ਦੀ ਹਰਿਆਵਲਤਾ ਬਖਸ਼ਣ ਵਾਲਾ ਹੈ, ਐਸਾ ਹਰੀ ਪਰਮੇਸ਼ਰ ਦਾ ਨਾਮ ਉਚਾਰਦੀ ਹੈ ਰਸਨਾ। ਰਸਨਾ ਜਪਤੀ ਤੁਹੀ ਤੁਹੀ, ਉਹ ਵੇਲਾ ਬਹੁਤ ਚੰਗਾ ਹੈ, ਉਹ ਘੜੀ ਬਹੁਤ ਚੰਗੀ ਹੈ। ਸਫਲ ਉਹ ਮਾਥਾ ਸੰਤ ਨਮਸਕਾਰਸ, ਉਹ ਮੱਥਾ, ਉਹ ਮਸਤਕ ਵੀ ਸਫਲਾ ਹੋ ਗਿਆ, ਜਿਸ ਮੱਥੇ ਦੁਆਰਾ ਸੰਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਸੀਂ ਨਮਸਕਾਰ ਕਰਦੇ ਹਾਂ। ਚਰਨ ਪੁਨੀਤ ਚੱਲਹਿ ਹਰ ਮਾਰਗ, ਉਹ ਚਰਨ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹਉ ਬਲ ਤਿੰਨ ਸੰਗ ਪਛਾਣਾ ਜੀਓ। ਚਰਨ ਪੁਨੀਤ ਚੱਲਹਿ ਹਰ ਮਾਰਗ, ਹਰੀ ਪ੍ਰਮਾਤਮਾ ਦੀ ਬੰਦਗੀ ਦੇ ਮਾਰਗ 'ਤੇ, ਪ੍ਰਮਾਤਮਾ ਦੇ ਮਿਲਾਪ ਵਾਲੇ ਮਾਰਗ 'ਤੇ ਜਿਹੜੇ ਪੈਰ ਚੱਲਦੇ ਨੇ, ਉਹ ਚਰਨ, ਉਹ ਪੈਰ ਵੀ ਪਵਿੱਤਰ ਹੋ ਜਾਂਦੇ ਨੇ। ਕਹੋ ਨਾਨਕ ਭਲਾ ਮੇਰਾ ਕਰਮ, ਜਿਤ ਭੇਟੇ ਸਾਧੂ ਕੇ ਚਰਨ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਉਹ ਮੇਰਾ ਕਰਮ, ਮੇਰਾ ਭਾਗ ਭਲਾ, ਜਿਸ ਦੁਆਰਾ ਸਾਧੂ ਸਤਿਗੁਰਾਂ ਦੇ ਚਰਨਾਂ ਦਾ ਮਿਲਾਪ ਹੋਇਆ, ਭਾਵ ਚਰਨਾਂ ਵਿੱਚ ਅਸੀਂ ਆਏ, ਚਰਨਾਂ ਨਾਲ ਜੁੜੇ। ਚਰਨ ਵਾਹਿਗੁਰੂ ਦਾ ਨਾਮ ਹੈ, ਗੁਰੂ ਕਾ ਸ਼ਬਦ ਹੈ। ਗੌੜੀ ਮਹੱਲਾ ਪੰਜਵਾ। ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਿਆ ਗੌੜੀ ਰਾਗਣੀ ਵਿੱਚ ਅਗਲਾ ਸ਼ਬਦ ਹੈ। ਹਜ਼ੂਰ ਫਰਮਾਉਂਦੇ ਨੇ, ਗੁਰ ਕਾ ਸ਼ਬਦ ਰਾਖ ਮਨ ਮਾਹੇ, ਸਾਨੂੰ ਸਿੱਖਿਆ ਦੇ ਰਹੇ ਨੇ ਭਈ ਜਿਹੜਾ ਮਨ ਦੇ ਅੰਦਰ ਹੋਰ ਬਹੁਤਾ ਕੁਝ ਵਸਾਇਆ ਹੋਇਆ, ਉਹਨੂੰ ਕਿਸ ਤਰ੍ਹਾਂ ਅੰਦਰੋਂ ਕੱਢੋ। ਗੁਰੂ ਦੇ ਸ਼ਬਦ ਦਾ ਅਭਿਆਸ ਕਰੋ, ਸ਼ਬਦ ਅੰਦਰ ਧੱਸਦਾ ਜਾਏ ਤੇ ਹੋਰ ਜਿਹੜੀਆਂ ਬੁਰਾਈਆਂ, ਬੁਰੇ ਫੁਰਨੇ, ਬੁਰੇ ਖਿਆਲ, ਬੁਰੇ ਵਿਚਾਰ ਹਨ, ਉਹ ਨਿਕਲ ਜਾਣ। ਗੁਰੂ ਦਾ ਸ਼ਬਦ ਮਨ ਵਿੱਚ ਟਿਕਾ ਕੇ ਰੱਖ, ਨਾਮ ਸਿਮਰ ਚਿੰਤਾ ਸਭ ਜਾਹੇ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਬਖਸ਼ੇ ਮੰਤਰ ਰਾਹੀਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ, ਫਿਰ ਤੇਰੀਆਂ ਸਾਰੀਆਂ ਚਿੰਤਾ ਚਲੀਆਂ ਜਾਣਗੀਆਂ। ਬਿਨ ਭਗਵੰਤ ਨਾਹੀ ਅਨ ਕੋਈ। ਅਸੀਂ ਚਾਹੁੰਦੇ ਹਾਂ ਵੀ ਚਿੰਤਾ ਤੋਂ ਰਹਿਤ ਹੋਈਏ, ਕਿਉਂਕਿ ਚਿੰਤਾ ਚਿਖਾ ਬਰੋਬਰੀ, ਚਿੰਤਾ ਦਾ ਚਿਖਾ ਦੀ ਨਿਆਈ ਹੈ। ਚਿਖਾ 'ਚ ਇੱਕ ਵਾਰੀ ਸੜੀ ਦਾ, ਪਰ ਚਿੰਤਾ ਦਿਨੇ ਰਾਤ ਸਾੜਦੀ ਹੈ। ਇਸ ਕਰਕੇ ਜੇ ਚਾਹੁੰਦਾ ਜੀਵ ਪਈ ਚਿੰਤਾ ਦੂਰ ਹੋਣ, ਤੇ ਸਤਿਗੁਰੂ ਰਾਹ ਦੱਸ ਰਹੇ ਨੇ ਕਿ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ, ਫਿਰ ਸਾਰੀਆਂ ਚਿੰਤਾ ਚਲੀਆਂ ਜਾਣਗੀਆਂ। ਬਿਨ ਭਗਵੰਤ ਨਾਹੀ ਅਨ ਕੋਈ। ਭਗਵੰਤ ਅਕਾਲ ਪੁਰਖ ਤੋਂ ਬਗੈਰ ਹੋਰ ਕੋਈ ਰਖਵਾਲਾ, ਸਾਨੂੰ ਸਹਾਰਾ ਦੇਣ ਵਾਲਾ, ਬਖਸ਼ਿਸ਼ ਕਰਨ ਵਾਲਾ ਨਹੀਂ ਹੈ, ਬਚਾਉਣ ਵਾਲਾ ਨਹੀਂ ਹੈ। ਮਾਰੈ ਰਾਖੈ ਇੱਕੋ ਸੋਏ। ਆਪ ਮਾਰਨ ਵਾਲਾ ਵੀ ਪਰਮੇਸ਼ਰ ਆਪ ਹੀ ਹੈ, ਤੇ ਰਾਖੈ ਬਚਾਉਣ ਵਾਲਾ ਵੀ, ਮਾਰਦਾ ਵੀ ਆਪ ਹੈ ਤੇ ਰੱਖਿਆ ਵੀ ਆਪ ਹੀ ਕਰਦਾ ਹੈ। ਉਸ ਤੋਂ ਬਗੈਰ ਜਿਉਂਦੇ ਰੱਖਣ ਦੀ, ਜੀਵਨ ਬਚਾ ਕੇ ਰੱਖਣ ਦੀ ਤੇ ਮਾਰ ਦੇਣ ਦੀ ਸਮਰੱਥਾ ਕਿਸੇ ਹੋਰ ਵਿੱਚ ਨਹੀਂ ਹੈ। ਇੱਕੋ ਅਕਾਲ ਪੁਰਖ ਹੀ ਹੈ ਐਸੀ ਸ਼ਕਤੀ ਜੋ ਸਾਨੂੰ ਜੀਵਨ ਪ੍ਰਦਾਨ ਕਰਦਾ, ਜਨਮ ਦਿੰਦਾ, ਫਿਰ ਜਿਉਂਦੇ ਰੱਖਦਾ ਤੇ ਅਖੀਰ ਨੂੰ
ਸਰੀਰਕ ਤੌਰ 'ਤੇ ਮਾਰਨ ਵਾਲਾ ਵੀ ਉਹ ਹੈ। ਸਾਡਾ ਖਾਤਮਾ ਸਰੀਰ ਦਾ ਤਾਂ ਹੋਣਾ ਹੀ ਹੈ ਨਾ, ਇਹ ਉਸੇ ਦੇ ਹੱਥ ਵਿੱਚ ਹੈ ਸਾਰਾ ਕੁਛ, ਅਤੇ ਉਸੇ ਦੀ ਸ਼ਰਨ ਫਿਰ ਲੈਣੀ ਚਾਹੀਦੀ। ਉਸ ਤੋਂ ਬਗੈਰ ਤਾਂ ਹੋਰ ਕੋਈ ਸ਼ਕਤੀਵਾਨ ਹੈ ਨਹੀਂ, ਐਸਾ ਸਮਰੱਥ ਕੋਈ ਨਹੀਂ ਹੈ। ਰਹਾਉ ਗੁਰ ਕੇ ਚਰਨ ਹਿਰਦੈ ਉਰ ਧਾਰ, ਜਿਹੜੇ ਸਤਿਗੁਰੂ ਮਹਾਰਾਜ ਦੇ ਸ਼ਬਦ ਰੂਪੀ ਚਰਨ ਹਨ, ਨਾਮ ਰੂਪੀ ਚਰਨ ਹਨ, ਆਪਣੇ ਹਿਰਦੇ ਦੇ ਉਰ ਵਿੱਚ ਧਾਰਨ ਕਰ। ਹਿਰਦੇ 'ਚ ਸਤਿਗੁਰੂ ਦੇ ਗੁਰ ਕੇ ਚਰਨ ਹਿਰਦੈ ਵਸਾਏ। ਹੁਣ ਜਿਹੜੇ ਦੇਹਧਾਰੀ ਗੁਰੂ ਨੂੰ ਮੰਨਣ ਵਾਲੇ ਜਾਂ ਇਸ ਪ੍ਰਚਾਰ ਵਿੱਚ ਲੱਗੇ ਹੋਏ ਨੇ ਵੀ ਦੇਹ ਹੀ ਗੁਰੂ, ਦੇਹ ਗੁਰੂ ਹੈ, ਉਹ ਇਸ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਵੀ ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ। ਵੇਖੋ ਜੀ, ਦੇਹਧਾਰੀ ਗੁਰੂ ਹੋਵੇਗਾ ਤਾਂ ਉਹਦੇ ਚਰਨ ਧੋ ਕੇ ਪੀਵਾਂਗੇ ਨਾ। ਪਰ ਜਿੱਥੇ ਹੁਣ ਇਹ ਬਚਨ ਆਇਆ ਗੁਰ ਕੇ ਚਰਨ ਹਿਰਦੈ ਉਰ ਧਾਰ, ਚੰਮਦੇ ਪੈਰ ਛਾਤੀ ਪਾੜ ਕੇ ਦੇ ਅੰਦਰ ਅਸੀਂ ਵਸਾ ਨਹੀਂ ਸਕਦੇ। ਹਿਰਦੇ 'ਚ ਧਾਰਨ ਕਰਨ ਦਾ ਅਰਥ ਹੈ ਵੀ ਗੁਰੂ ਦਾ ਸ਼ਬਦ, ਉਪਦੇਸ਼, ਪ੍ਰੇਮ, ਭਾਵਨਾ, ਇਹ ਹਿਰਦੇ 'ਚ ਧਾਰਨ ਕਰ। ਅਗਨ ਸਾਗਰ ਜਪ ਉਤਰਹਿ ਪਾਰ, ਜਪ ਜਪ ਕੇ ਵਾਹਿਗੁਰੂ ਦੇ ਨਾਮ ਨੂੰ, ਅਤੇ ਜਿਹੜਾ ਅੱਗ ਦਾ ਸਮੁੰਦਰ ਹੈ ਨਾ ਸੰਸਾਰ, ਇਸ ਤੋਂ ਤੂੰ ਪਾਰ ਉਤਰ ਜਾਏਗਾ। ਅਗਨ ਸਾਗਰ ਜਪ ਉਤਰਹਿ ਪਾਰ, ਜਪ ਕੇ ਅਗਨ ਸਾਗਰ ਤੋਂ ਪਾਰ ਉਤਰ ਜਾਏਗਾ। ਇਹੀ ਤਰੀਕਾ ਹੈ। ਇਹ ਅੱਗ ਦਾ ਸਮੁੰਦਰ ਹੈ ਜਿਹੜਾ ਸੰਸਾਰ ਹੈ, ਜਿਹਦੇ ਵਿੱਚ ਤੂੰ ਗੋਤੇ ਖਾ ਰਿਹਾ। ਇਹ ਅੱਗ ਭਰੀ ਹੋਈ ਪਾਣੀ ਦੇ ਥਾਂ 'ਤੇ, ਇਹ ਸਾੜਦੀ ਹੈ ਜੀਆਂ ਨੂੰ। ਸੋ ਭਾਵ ਵਿਕਾਰਾਂ ਦੀ ਅੱਗ ਹੈ, ਤ੍ਰਿਸ਼ਨਾ ਦੀ ਅੱਗ ਹੈ, ਇਹ ਸਾਰੀ ਅੱਗ ਸਾੜ ਰਹੀ ਹੈ। ਇਸ ਤੋਂ ਪਾਰ ਉਤਰਨ ਵਾਸਤੇ, ਇਸ ਤੋਂ ਬਚਣ ਵਾਸਤੇ ਜਪਣਾ ਜ਼ਰੂਰੀ ਹੈ। ਗੁਰਮੂਰਤ ਸਿਉ ਲਾਏ ਧਿਆਨ। ਹੁਣ ਕੋਈ ਫਿਰ ਸਵਾਲ ਖੜਾ ਕਰੇ ਭਈ ਗੁਰੂ ਦੀ ਸ਼ਾਇਦ ਤਸਵੀਰ, ਫੋਟੋ ਨਾਲ ਧਿਆਨ ਜੋੜਨਾ ਹੈ। ਇਹ ਐਸਾ ਕਰ ਰਹੇ ਨੇ ਪਰ ਉਹ ਗਲਤ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਔਰ ਭਾਈ ਗੁਰਦਾਸ ਨੇ ਵੀ ਇੰਝ ਕਿਹਾ, ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰਮੂਰਤ ਗੁਰੂ का ਸ਼ਬਦ ਹੈ। ਗੁਰਮੂਰਤ ਸੇ ਲਿਆਏ ਧਿਆਨ, ਸਤਿਗੁਰੂ ਦੀ ਮੂਰਤੀ, ਸਤਿਗੁਰੂ ਦਾ ਸਰੂਪ ਸ਼ਬਦ ਹੈ। ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਦਾ ਧਿਆਨ ਜੋੜੋ। ਗੁਰੂ ਕੇ ਸ਼ਬਦ ਸੇ ਨਾਲ ਲਾ ਲਾ ਧਿਆਨ ਆਪਣਾ, ਭਾਵ ਸੁਰਤ ਜਿਹੜੀ ਹੈ ਗੁਰੂ ਦੇ ਸ਼ਬਦ ਨਾਲ ਜੋੜ, ਕਿਉਂਕਿ ਸੁਰਤ ਜੁੜਨ ਦੇ ਨਾਲ ਹੀ ਸ਼ਬਦ ਨੇ ਕਲਿਆਣ ਕਰਨੀ ਹੈ। ਜੇ ਸੁਰਤ ਨਹੀਂ ਜੁੜਦੀ ਹੈ ਤੇ ਉਦੋਂ ਤੱਕ ਕਲਿਆਣ ਨਹੀਂ ਹੁੰਦੀ। ਇਸ ਕਰਕੇ ਇਸ ਯਤਨ ਵਿੱਚ ਰਹੋ ਕਿ ਮੇਰੀ ਸੁਰਤ ਗੁਰੂ ਕੇ ਸ਼ਬਦ ਨਾਲ ਜੁੜੇ। ਈਹਾਂ ਊਹਾਂ ਪਾਵਹਿ ਮਾਨ, ਜੇ ਇੰਜ ਕਰਨ ਵਿੱਚ ਤੂੰ ਕਾਮਯਾਬ ਹੋ ਗਿਆ ਤੇ ਇੱਥੇ ਉੱਥੇ ਇਸ ਦੁਨੀਆ ਵਿੱਚ ਵੀ ਤੇ ਅੱਗੇ ਪਰਲੋਕ ਵਿੱਚ ਵੀ ਵਾਹਿਗੁਰੂ ਦੇ ਚਰਨਾਂ 'ਚ ਤੂੰ ਮਾਣ ਪ੍ਰਾਪਤ ਕਰੇਂਗਾ, ਆਦਰ ਪ੍ਰਾਪਤ ਕਰੇਂਗਾ। ਇੱਥੇ ਮਿਲਣ ਵਡਿਆਈਆਂ ਦਰਗਹਿ ਮੋਖ ਦੁਆਰ, ਸਗਲ ਤਿਆਗ ਗੁਰ ਸਰਣੀ ਆਇਆ। ਜਿਹੜਾ ਸਾਰਾ ਕੁਝ ਹੋਰ ਤਰੀਕੇ, ਚਤੁਰਾਈਆਂ, ਸਿਆਣਪਾਂ, ਆਪਣੇ ਮਨ ਦੀ ਮਰਜ਼ੀ ਛੱਡ ਕੇ ਗੁਰਾਂ ਦੀ ਸ਼ਰਨ ਵਿੱਚ ਆ ਗਿਆ ਹੈ, ਮਿਟੇ ਅੰਦੇਸੇ ਨਾਨਕ ਸੁਖ ਪਾਇਆ। ਉਸ ਦੇ ਸਾਰੇ ਅੰਦੇਸ਼ੇ, ਸ਼ੱਕ ਸ਼ੁਬਾ, ਭਰਮ ਭੁਲੇਖੇ ਸਭ ਮਿਟ ਗਏ। ਉਸ ਨੇ ਆਤਮਿਕ ਸੁਖ ਦੀ ਪ੍ਰਾਪਤੀ ਕੀਤੀ ਹੈ ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਆ ਗਿਆ ਹੈ, ਮਨੋ ਸ਼ਰਨ ਗ੍ਰਹਿਣ ਕਰਦਾ। ਸਰੀਰਕ ਤੌਰ 'ਤੇ ਮੱਥਾ ਟੇਕਣਾ ਇਹ ਜਣਾਉਂਦੇ ਹਾਂ ਕਿ ਅਸੀਂ ਸ਼ਰਨ ਵਿੱਚ ਹਾਂ, ਪਰ ਜੇ ਅੰਦਰੋਂ ਮਨ ਸ਼ਰਨ ਨਹੀਂ ਗ੍ਰਹਿਣ ਕਰਦਾ ਤੇ ਬਖਸ਼ਿਸ਼ ਨਹੀਂ ਹੁੰਦੀ। ਇਸ ਕਰਕੇ ਜਿਹੜਾ ਮਨ ਦੀ ਮਨੌਤ ਸਾਰੀ ਛੱਡ ਕੇ, ਮਨ ਦੀ ਜਿਹੜੀ ਆਪਣੀ ਮਰਜ਼ੀ ਹੈ ਇਸ ਨੂੰ ਛੱਡ ਕੇ ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਹੈ, ਉਹਦੇ ਸਭ ਅੰਦੇਸ਼ੇ, ਸ਼ੰਕੇ, ਸਾਰੇ ਵਹਿਮ ਭਰਮ ਸਭ ਮਿਟ ਗਏ ਤੇ ਉਹਨੇ ਆਤਮਿਕ ਸੁਖ ਦੀ ਪ੍ਰਾਪਤੀ ਕੀਤੀ ਹੈ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮੁਬਾਰਕ ਬਚਨ ਹਨ। ਜਿਸ ਸਿਮਰਤ ਦੁੱਖ ਸਭ ਜਾਏ, ਜਿਸ ਵਾਹਿਗੁਰੂ ਨੂੰ ਸਿਮਰਦਿਆਂ ਹੋਇਆਂ ਸਾਰਾ ਹੀ ਦੁੱਖ ਚਲਿਆ ਜਾਂਦਾ। ਤੁਹਾਡੀ ਨੇੜਤਾ ਛੱਡ ਕੇ ਦੁੱਖ ਚਲਿਆ ਜਾਂਦਾ, ਲੱਭਦਾ ਹੀ ਨਹੀਂ। ਜਿਵੇਂ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਉੱਥੇ ਵਿਸਾਰਨ ਦਾ ਅਰਥ ਇਹ ਨਹੀਂ ਭਈ ਸਰੀਰਕ ਤੌਰ 'ਤੇ ਦੁੱਖ ਦੂਰ ਕਰ ਦਿੰਦਾ, ਨਾ ਨਹੀਂ। ਸਰੀਰ ਨੂੰ ਭਾਵੇਂ ਦੁੱਖ ਚੰਬੜੇ ਵੀ ਹੋਣ, ਪਰ ਐਸੀ ਅਵਸਥਾ ਨਾਮ ਦੁਆਰਾ ਪ੍ਰਾਪਤ ਹੁੰਦੀ ਹੈ ਕਿ ਦੁੱਖਾਂ ਦਾ ਵਿਸਰਜਣ ਹੋ ਜਾਂਦਾ। ਵਿਸਰਜਣ ਦਾ ਮਤਲਬ ਚੇਤਾ ਹੀ ਭੁੱਲ ਜਾਂਦਾ, ਪਤਾ ਹੀ ਨਹੀਂ ਹੁੰਦਾ ਦੁੱਖ ਵੀ ਕੁਝ ਹੁੰਦਾ। ਦੁੱਖ ਨਾ ਹੀ ਸਭ ਸੁਖ ਹੀ ਹੈ ਰੇ,
ਹਾਰ ਨਹੀਂ ਸਭ ਜੇਤਾ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਇੱਕ ਹੈ ਇੱਕ ਹੀ ਨੇਤਾ ਹੈ। ਜਿਸ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਕਿ ਸਾਰਾ ਦੁੱਖ ਚਲਿਆ ਜਾਂਦਾ ਦੂਰ। ਨਾਮ ਰਤਨ ਵਸੈ ਮਨ ਆਏ, ਵਾਹਿਗੁਰੂ ਦਾ ਨਾਮ ਜੋ ਰਤਨ ਦੀ ਨਿਆਈ ਹੈ ਅਮੋਲਕ। ਰਤਨ ਸ਼ਬਦ ਦੇ ਅਰਥ ਸੰਧੀ ਛੇਦ ਕਰਕੇ ਵਿਦਵਾਨਾਂ ਇੰਝ ਕੀਤੇ, ਰਤ ਨਾ, ਜਿਸ ਦੀ ਪ੍ਰਾਪਤੀ ਕਰਕੇ ਹੋਰ ਕਿਸੇ ਚੀਜ਼ ਨਾਲ ਰਤ ਪ੍ਰੀਤ ਨਾ ਰਹੇ, ਉਹ ਹੁੰਦਾ ਰਤਨ। ਤੇ ਉਹ ਰਤਨ ਪਰਮੇਸ਼ਰ ਦਾ ਨਾਮ ਹੈ। ਨਾਮ ਰੂਪੀ ਰਤਨ ਮਨ ਵਿੱਚ ਆ ਕੇ ਵਸ ਜਾਂਦਾ ਹੈ। ਮਨ ਅੰਦਰ ਲਗਾਤਾਰ ਵਸਿਆ ਰਹਿੰਦਾ ਵਾਹਿਗੁਰੂ ਦੇ ਨਾਮ ਦਾ ਰਤਨ। ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਇੱਥੇ ਵੀ ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ। ਇੱਕ ਹੈ ਗੁਰਬਾਣੀ ਦਾ ਪੜ੍ਹਨ। ਕਈ ਅਸੀਂ ਸੱਜਣ ਕਈ ਵਾਰੀ ਪੜ੍ਹਦੇ ਹਾਂ ਅਰਥ ਭਾਵ ਸਮਝਣ ਲਈ, ਗੁਰੂ ਮਹਾਰਾਜ ਕੀ ਕਹਿੰਦੇ ਨੇ। ਪੜ੍ਹ ਲਿਆ ਇੱਕ ਵਾਰੀ ਅਤੇ ਪਤਾ ਲੱਗ ਗਿਆ ਵੀ ਆਹ ਕਹਿੰਦੇ ਨੇ ਗੁਰੂ ਮਹਾਰਾਜ, ਜਾਂ ਹੋਰ ਕਿਸੇ ਹੋਰਾਂ ਨੂੰ ਸੁਣਾ ਦਿੱਤਾ ਅਸੀਂ ਪੜ੍ਹ ਕੇ, ਅਰਥ ਪੜ੍ਹ ਕੇ। ਇਹ ਪੜ੍ਹਨਾ ਕੇਵਲ ਇੱਕ ਜਪਣਾ ਹੁੰਦਾ ਹੈ। ਗੁਰਬਾਣੀ ਨੂੰ ਜਪਣਾ ਜਿਵੇਂ ਨਾਮ ਜਪਿਆ ਜਾਂਦਾ ਹੈ। ਸੋ ਇਸ ਪ੍ਰਕਾਰ ਗੁਰਬਾਣੀ ਦਾ ਜਾਪ ਕਲਿਆਣਕਾਰੀ ਹੈ। ਪੜ੍ਹਨਾ ਕੇਵਲ ਦਿਮਾਗੀ ਸੂਝ-ਬੂਝ ਹਾਸਲ ਕਰਨ ਲਈ ਇੱਥੇ ਤੱਕ ਨਹੀਂ ਸੀਮਿਤ ਰਹਿਣਾ ਹੈ। ਇਹਦਾ ਅਸਰ ਮਨ 'ਤੇ ਪਵੇ, ਗੁਰੂ ਕੀ ਬਾਣੀ ਦਾ ਅਸਰ ਮਨ 'ਤੇ ਪਵੇ ਜਦੋਂ ਅਸੀਂ ਭਾਵਨਾ ਨਾਲ ਜਪਦੇ ਹਾਂ। ਜਪ ਮਨ ਮੇਰੇ ਗੋਵਿੰਦ ਕੀ ਬਾਣੀ। ਗੋਵਿੰਦ ਜੋ ਗੋ ਸ੍ਰਿਸ਼ਟੀ ਦਾ ਬਿੰਦ ਰੱਖਿਅਕ ਹੈ ਪ੍ਰਮਾਤਮਾ। ਐਸੇ ਵਾਹਿਗੁਰੂ ਦੀ ਸਿਫਤ ਸਲਾਹ ਵਾਲੀ ਬਾਣੀ ਗੁਰੂ ਦੇ ਮੁਖ ਤੋਂ ਉਚਾਰੀ ਹੋਈ। ਐਸੇ ਹੀ ਬਾਣੀ ਨੂੰ ਹੈ ਮੇਰੇ ਮਨਾ ਜਪਿਆ ਕਰ। ਸਾਧੂ ਜਨ ਰਾਮ ਰਸਨ ਵਖਾਣੀ। ਸਾਧੂ ਜਨ ਜਿਹੜੇ ਸਾਧੂ ਹਨ, ਸ੍ਰੇਸ਼ਟ ਸਾਧੂ ਜਨ ਜਿਨ੍ਹਾਂ ਮਨ ਸਾਧਿਆ ਹੋਇਆ, ਜਨ ਸੇਵਕ ਹਨ ਵਾਹਿਗੁਰੂ ਦੇ, ਉਹ ਸਾਰੇ ਹੀ ਰਸਨਾ ਦੇ ਨਾਲ ਰਾਮ ਰਾਮ ਵਖਾਣੀ, ਰਾਮ ਪਰਮੇਸ਼ਰ ਦੇ ਨਾਮ ਨੂੰ ਬੋਲਦੇ ਹਨ। ਸੋ ਇਸ ਪ੍ਰਕਾਰ ਤੂੰ ਵੀ ਇੰਝ ਕਰਿਆ ਕਰ। ਗੋਬਿੰਦ ਪਰਮੇਸ਼ਰ ਦੀ ਸਿਫਤ ਸਲਾਹ ਦੀ ਬਾਣੀ ਜਪਿਆ ਕਰ। ਸਾਧੂ ਜਨ ਵੀ ਰਾਮ ਹੀ ਬੋਲਦੇ ਰਸਨਾ ਦੇ ਨਾਲ, ਵਖਾਣੀ ਕਥਨ ਕਰਦੇ ਬੋਲਦੇ ਹਨ। ਰਹਾਓ ਇੱਕ ਸਿਮਰਨ ਨਾ ਹੀ ਦੂਜਾ ਕੋਈ। ਸਾਧੂ ਸਤਿਗੁਰਾਂ ਦਾ ਵਾਚਕ ਸ਼ਬਦ ਵੀ ਹੈ ਵੀ ਸਾਧੂਆਂ ਸਤਿਗੁਰਾਂ ਨੇ ਜੋ ਸਾਧ ਰੂਪ ਆਪਣਾ ਤਨ ਧਾਰਿਆ ਅਤੇ ਜਨ ਭਗਤਾਂ ਨੇ ਰਾਮ ਪਰਮੇਸ਼ਰ ਦੀ ਬਾਣੀ ਰਸਨਾ ਨਾਲ ਵਖਾਣੀ ਬੋਲੀ ਹੈ, ਕਥਨ ਕੀਤੀ ਹੈ। ਇੱਕ ਸਿਮਰਨ ਨਾ ਹੀ ਦੂਜਾ ਕੋਈ। ਤਾਂ ਤੈਨੂੰ ਕਹਿ ਰਿਹਾ ਬਈ ਪਰਮਾਤਮਾ ਦੀ ਬਾਣੀ ਜਪਿਆ ਕਰ। ਉਸ ਇੱਕ ਪਰਮਾਤਮਾ ਤੋਂ ਬਗੈਰ ਹੋਰ ਦੂਜਾ ਕੋਈ ਸਮਰੱਥ ਨਹੀਂ ਹੈ। ਉਹਦੇ ਵਰਗਾ ਹੋਰ ਦੂਜਾ ਕੋਈ ਨਹੀਂ ਹੈ ਸਰਵ ਸ਼ਕਤੀਮਾਨ। ਜਾ ਕੀ ਦ੍ਰਿਸ਼ਟ ਸਦਾ ਸੁਖ ਹੋਏ। ਜਿਸ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਦੁਆਰਾ, ਮਿਹਰ ਦੀ ਨਜ਼ਰ ਦੁਆਰਾ ਸਦਾ ਵਾਸਤੇ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਉਹ ਸੁਖ ਮਿਲ ਗਿਆ ਤੇ ਫਿਰ ਕਦੇ ਦੁੱਖ ਨਹੀਂ ਆ ਕੇ ਲੱਗ ਸਕਦਾ। ਸਾਜਨ ਮੀਤ ਸਖਾ ਕਰ ਏਕ। ਮਨ ਕਰਕੇ, ਬਾਣੀ ਕਰਕੇ, ਸਰੀਰਕ ਤੌਰ 'ਤੇ ਜਿਹੜਾ ਪਿੱਛੇ ਵੀ ਅੱਜ ਤੋਂ ਪਹਿਲਾਂ ਵੀ ਭਗਤਾਂ ਦਾ ਸੱਜਣ ਸੀ, ਹੁਣ ਵੀ ਮਿੱਤਰ ਹੈ, ਅੱਗੇ ਨੂੰ ਵੀ ਸਖਾ ਮਿੱਤਰ ਸਹਾਈ ਸਾਥੀ ਹੋਵੇਗਾ। ਸੋ ਜਿਹੜਾ ਮਾਂ ਦੇ ਗਰਭ ਵਿੱਚ ਵੀ ਤੇਰਾ ਸੱਜਣ ਬਣ ਕੇ ਸਹਾਇਤਾ ਕਰਦਾ ਸੀ, ਹੁਣ ਇਸ ਦੁਨੀਆ ਵਿੱਚ ਵੀ ਮਿੱਤਰ ਬਣ ਕੇ ਤੇਰੀ ਸਹਾਇਤਾ ਕਰਨ ਵਾਲਾ ਹੈ, ਅਤੇ ਅਗਲੇ ਜਹਾਨ ਪਰਲੋਕ ਵਿੱਚ ਵੀ ਜਿਹੜਾ ਸਖਾ ਬਣ ਕੇ ਸਹਾਇਤਾ ਕਰਨ ਵਾਲਾ ਹੈ। ਉਸੇ ਪਰਮਾਤਮਾ ਨੂੰ ਬਨ ਬਾਣੀ ਸਰੀਰ ਕਰਕੇ ਸੱਜਣ ਮਿੱਤਰ ਅਤੇ ਸਖਾ ਸਾਥੀ ਇੱਕੋ ਨੂੰ ਬਣਾ। ਹਰ ਹਰ ਅੱਖਰ ਮਨ ਮਹਿ ਲੇਖ। ਵਾਹਿਗੁਰੂ 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 ਜਿਹੜਾ ਅੱਖਰ ਹੈ ਨਾ ਪਰਮੇਸ਼ਰ ਦੇ ਨਾਮ ਦਾ, ਇਹ ਆਪਣੇ ਮਨ ਅੰਦਰ ਹੀ ਇਹ ਲੇਖ ਲਿਖ ਲਾ। ਪਰਮੇਸ਼ਰ ਦੇ ਨਾਮ ਦੇ ਅੱਖਰ ਦਾ ਲੇਖ ਮਨ ਵਿੱਚ ਲਿਖ ਲਾ। ਜਾਂ ਵਾਹਿਗੁਰੂ ਵਾਹਿਗੁਰੂ ਨਾਮ ਜਿਹੜਾ ਅੱਖਰ ਹੈ, ਇਸ ਦੀ ਵਿਆਖਿਆ ਵਿਚਾਰ ਨੂੰ, ਇਸੇ ਦੀ ਮਹਾਨਤਾ ਨੂੰ ਆਪਣੇ ਮਨ ਅੰਦਰ ਲੇਖ ਬਣਾ ਕੇ ਲਿਖ ਲਾ। ਰਵ ਰਹਿਆ ਸਰਬੱਤ ਸੁਆਮੀ। ਜਿਹੜਾ ਸੁਆਮੀ ਅਕਾਲ ਪੁਰਖ ਪਰਮਾਤਮਾ ਸਰਬੱਤ ਸਾਰੀਆਂ ਜੀਆਂ, ਸਰਬੱਤ ਸਾਰੀਆਂ ਜਗ੍ਹਾ 'ਤੇ ਵਿਆਪਕ ਹੋ ਰਿਹਾ ਹੈ, ਸਮਾਇਆ ਹੋਇਆ ਹੈ। ਗੁਣ ਗਾਵੇ ਨਾਨਕ ਅੰਤਰਜਾਮੀ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਐਸੇ ਅੰਤਰਜਾਮੀ, ਅੰਦਰ ਦੀਆਂ ਜਾਣਨ ਵਾਲੇ ਪਰਮੇਸ਼ਰ ਦੇ ਅਸੀਂ ਵੀ ਗੁਣ ਗਾਉਂਦੇ ਹਾਂ, ਅਤੇ ਤੂੰ ਵੀ ਭਾਈ ਐਸੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਇਆ ਕਰ, ਅਤੇ ਉਹਨੂੰ ਸਰਬੱਤ ਸਮਾਇਆ ਹੋਇਆ ਸਮਝ ਕੇ ਗੁਣ ਗਾਇਆ ਕਰ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਦੇ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਜੀ ਬਚਨ ਫਰਮਾਉਂਦੇ ਨੇ, ਭੈ ਮਹਿ ਰਚਿਓ ਸਭ ਸੰਸਾਰਾ। ਜਿਹੜੇ ਹੋਰ ਹਨ ਪਰਮਾਤਮਾ ਤੋਂ ਛੁੱਟ ਜਿੰਨੇ ਵੀ ਜੀਵ,
ਜਿਵੇਂ ਬਚਨ ਹੈ, ਡਰਪੈ ਤਰਤ ਆਕਾਸ ਨਖੇਤਰਾ, ਸਿਰ ਉਪਰ ਅਮਰ ਕਰਾਰਾ, ਪੌਣ ਪਾਣੀ ਬੈ ਸੰਤਰ, ਡਰਪੈ ਡਰਪੈ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮਿਲ ਗਾਏ ਗੁਨੀ। ਸੋ ਇਸ ਪ੍ਰਕਾਰ ਸਗਲ ਸਮੱਗਰੀ ਡਰਹਿ ਵਿਆਪੀ, ਬਿਨ ਡਰ ਕਰਨਾ ਹਾਰਾ। ਸਾਰਿਆਂ ਨੂੰ ਡਰ ਹੈ ਕਿ ਚਿੜੀ ਜਿਵੇਂ ਕਾਂ ਤੋਂ ਡਰ ਰਹੀ ਹੈ ਅਤੇ ਕਾਂ ਇੱਲ ਤੋਂ ਡਰ ਰਿਹਾ, ਅਤੇ ਇਸੇ ਤਰ੍ਹਾਂ ਇੱਲ ਬਾਜ ਤੋਂ ਡਰ ਰਹੀ ਹੈ। ਇਸੇ ਤਰ੍ਹਾਂ ਕਿ ਸਿਪਾਹੀ ਨੂੰ ਹੌਲਦਾਰ ਦਾ ਡਰ ਹੈ, ਹੌਲਦਾਰ ਨੂੰ ਥਾਣੇਦਾਰ ਦਾ ਡਰ ਹੈ, ਉਸ ਨੂੰ ਅੱਗੇ DSP ਦਾ ਡਰ ਹੈ। ਐਵੇਂ ਜਿਵੇਂ ਸੰਸਾਰਕ ਅਹੁਦਿਆਂ ਵਿੱਚ ਨਿੱਕੇ ਨੂੰ ਵੱਡੇ ਦਾ ਡਰ ਹੁੰਦਾ, ਇਸੇ ਤਰ੍ਹਾਂ ਬ੍ਰਹਮਾ ਤੱਕ ਜਿੰਨੀ ਸ੍ਰਿਸ਼ਟੀ ਹੈ ਸਾਰੇ ਡਰ ਦੇ ਅਧੀਨ ਹਨ। ਜੇ ਡਰ ਤੋਂ ਰਹਿਤ ਹੈ ਤਾਂ ਇੱਕ ਵਾਹਿਗੁਰੂ ਹੈ, ਅਤੇ ਇਸੇ ਕਰਕੇ ਉਸੇ ਨੂੰ ਜਪਣ ਦਾ ਉਪਦੇਸ਼ ਹਜ਼ੂਰ ਦਿੰਦੇ ਨੇ ਵੀ ਜਿਹੜਾ ਆਪ ਡਰ ਤੋਂ ਰਹਿਤ ਹੈ, ਜਿਹਨੂੰ ਕਿਸੇ ਦਾ ਕੋਈ ਭੈ ਨਹੀਂ, ਉਹਦੇ ਸਿਮਰਨ ਦੁਆਰਾ ਹੀ ਤੁਸੀਂ ਨਿਰਭਉ ਸਰੂਪ ਹੋ ਸਕਦੇ ਹੋ। ਜਿਹੜਾ ਆਪ ਡਰ ਦੇ ਅਧੀਨ ਹੈ ਉਹਦੇ ਸੇਵਕ ਬਣ ਕੇ ਤੁਸੀਂ ਡਰ ਨੂੰ ਖਤਮ ਨਹੀਂ ਕਰ ਸਕਦੇ। ਸੋ ਇਸ ਪ੍ਰਕਾਰ ਇਹ ਇੱਕ ਨੁਕਤਾ ਹੈ ਬਹੁਤ ਵੱਡਾ। ਹਜ਼ੂਰ ਕਹਿੰਦੇ ਨੇ, ਭੈ ਮੈਂ ਰਚਿਓ ਸਭ ਸੰਸਾਰਾ। ਸਾਰਾ ਸੰਸਾਰ ਜੋ ਪਰਮੇਸ਼ਰ ਨੇ ਰਚਿਆ ਬਣਾਇਆ ਆਪਣੇ ਭੈ ਦੇ ਅੰਦਰ ਹੀ ਰਚਿਆ ਹੋਇਆ, ਜਾਂ ਕਿਸੇ ਨੂੰ ਕੋਈ ਡਰ ਕਿਸੇ ਨੂੰ ਕੋਈ ਡਰ। ਸਾਰਾ ਸੰਸਾਰ ਭੈ ਦੇ ਅੰਦਰ ਹੀ ਸੰਸਾਰ ਦੀ ਰਚਨਾ ਕੀਤੀ ਹੈ ਪਰਮੇਸ਼ਰ ਨੇ। ਤਿਸ ਭਉ ਨਾਹੀ ਜਿਸ ਨਾਮ ਆਧਾਰਾ। ਉਸ ਵਿਅਕਤੀ ਨੂੰ ਕੋਈ ਡਰ ਨਹੀਂ ਹੈ ਜਿਸ ਦੇ ਹਿਰਦੇ ਅੰਦਰ ਇੱਕ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ। ਜਿਨ੍ਹਾਂ ਨੇ ਆਸਰਾ ਲਿਆ ਉਹ ਕਿਸੇ ਤੋਂ ਡਰੇ ਨਹੀਂ, ਬਾਕੀ ਸਭ ਡਰਦੇ ਨੇ। ਸੰਤ ਅਤਰ ਸਿੰਘ ਜੀ ਰਾਤ ਦੇ ਸਮੇਂ ਜਾ ਰਹੇ ਸੀ ਅਤੇ ਇੱਕ ਸੇਵਕ ਨਾਲ ਸੀ। ਉਹ ਘਗਿਆ ਕੇ ਮਹਾਂਪੁਰਸ਼ਾਂ ਨੂੰ ਚੰਬੜ ਗਿਆ। ਕਹਿਣ ਲੱਗੇ, ਭਾਈ ਕੀ ਗੱਲ ਹੋਈ? ਕਹਿਣ ਲੱਗਾ, ਜੋ ਵੇਖੋ ਸਾਹਮਣੇ ਬੜਾ ਵੱਡਾ ਸੱਪ ਹੈ, ਖਾ ਜਾਏਗਾ। ਕਹਿਣ ਲੱਗੇ, ਨਹੀਂ ਡਰੀਦਾ ਨਹੀਂ। ਜਦੋਂ ਤੱਕ ਸਰੀਰ ਦਾ ਸਮਾਂ ਨਹੀਂ ਪੂਰਾ ਹੁੰਦਾ ਨਾ ਖਤਮ ਹੋਣ ਦਾ, ਕਾਲ ਨਹੀਂ ਆਉਂਦਾ, ਜਦੋਂ ਤੱਕ ਸਰੀਰ ਦਾ ਕਾਲ ਨਹੀਂ ਪੂਰਾ ਹੁੰਦਾ ਉਦੋਂ ਤੱਕ ਕਾਲ ਵੀ ਸਰੀਰ ਦੀ ਰੱਖਿਆ ਕਰਦਾ। ਇਹ ਕੁਛ ਨਹੀਂ ਕਹਿ ਸਕਦਾ ਸਭ। ਤਾਂ ਉਹ ਫਨ ਹੇਠਾਂ ਸੁੱਟ ਕੇ ਨਮਸਕਾਰ ਕਰਕੇ ਚਲਿਆ ਗਿਆ। ਇਸ ਪ੍ਰਕਾਰ ਜਿਨ੍ਹਾਂ ਨੇ ਆਪਣਾ ਡਰ ਖਤਮ ਕੀਤਾ ਉਹਨਾਂ 'ਤੇ ਇਹਨਾਂ ਚੀਜ਼ਾਂ ਦਾ ਕੋਈ ਪ੍ਰਭਾਵ ਨਹੀਂ, ਅਸਰ ਨਹੀਂ ਪੈਂਦਾ। ਸਾਡਾ ਮਨ ਡਰਦਾ ਹੈ। ਸੋ ਇਸ ਪ੍ਰਕਾਰ ਕਿਉਂਕਿ ਅੰਦਰ ਆਸਰਾ ਵਾਹਿਗੁਰੂ ਜੀ ਦਾ ਨਹੀਂ ਹੈ, ਪਰਪੱਕ ਨਹੀਂ ਮਨ, ਪਰਮਾਤਮਾ ਨੂੰ ਹਰ ਥਾਂ ਜਾਣਦਾ ਨਹੀਂ। ਸੰਤ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਆਪਣੇ ਨਗਰ ਪਿੰਡਰਾਂ ਦੇ ਬਾਰ-ਬਾਰ ਬੌਲੀ ਉਹ ਹੁਣ ਵੀ ਹੈ, ਉੱਥੇ ਉਹ ਬੌਲੀ ਵਿੱਚ ਖਲੋ ਕੇ ਸਿਮਰਨ ਕਰਿਆ ਕਰਦੇ ਸਨ ਬੜਾ ਲੰਬਾ ਸਮਾਂ। ਅਤੇ ਉਸ ਪਿੰਡ ਦਾ ਇੱਕ ਜ਼ਿਮੀਂਦਾਰ ਉਹਨਾਂ ਵਾਸਤੇ ਪ੍ਰਸ਼ਾਦਾ ਲੈ ਕੇ ਜਾਂਦਾ ਸੀ। ਇੱਕ ਦਿਨ ਉਸਨੇ ਵੇਖਿਆ ਵੀ ਬਾਬਾ ਸੁੰਦਰ ਸਿੰਘ ਦੇ ਗਲ ਦੇ ਦੁਆਲੇ ਸੱਪ ਸੀ, ਵਲੇਟਿਆ ਮਾਰਿਆ ਹੋਇਆ, ਫਨੀਅਰ ਸੱਪ ਸੀ, ਅਤੇ ਫਨ ਖਿਲਾਰੀ ਹੋਈ ਸੰਤਾਂ ਦੇ ਚਿਹਰੇ ਵੱਲ ਵੇਖ ਰਿਹਾ ਸੀ। ਉਹ ਪਿੰਡ ਨੂੰ ਦੌੜਿਆ, ਪਿੰਡ ਦੇ ਲੋਕ ਇਕੱਠੇ ਕਰਕੇ ਲੈ ਗਿਆ। ਜਦੋਂ ਗਏ ਤਾਂ ਉੱਥੇ ਕੁਛ ਨਹੀਂ ਸੀ, ਕੇਵਲ ਸੰਤ ਜੀ ਸਨ। ਮਹਾਂਪੁਰਸ਼ਾਂ ਦੇ ਨੇਤਰ ਖੁੱਲ੍ਹੇ ਤਾਂ ਕਹਿਣ ਲੱਗੇ, ਭਾਈ ਕੀ ਗੱਲ ਹੋਈ, ਬੜਾ ਰੌਲਾ ਪਾਇਆ? ਕਹਿੰਦੇ, ਜੀ ਤੁਹਾਡੇ ਗਰਦਨ ਦੇ ਦੁਆਲੇ ਸੱਪ ਸੀ ਅਤੇ ਮੈਂ ਸਮਝਿਆ ਵੀ ਅੱਜ ਤੁਹਾਨੂੰ ਖਾ ਜਾਏਗਾ, ਤਾਂ ਮੈਂ ਦੌੜ ਗਿਆ ਸੀ ਅਤੇ ਇਹ ਲੋਕ ਨਾਲ ਇਕੱਠੇ ਕਰਕੇ ਲਿਆ। ਮਹਾਂਪੁਰਸ਼ ਹੱਸ ਕੇ ਬਾਹਰ ਨਿਕਲੇ, ਕਹਿੰਦੇ ਨੇ ਵੀ ਅੰਤਰਜਾਮੀ ਤਾਂ ਰੱਖਿਆ ਕਰਦਾ ਸੀ, ਉਹਨੇ ਤਾਂ ਕੀ ਖਾਣਾ ਸੀ। ਸੋ ਇਸ ਪ੍ਰਕਾਰ ਹਰ ਜੀਵ ਦੇ ਵਿੱਚ ਪਰਮੇਸ਼ਰ ਦੀ ਜੋਤ ਨੂੰ ਉਹਨਾਂ ਤੱਕ ਲਿਆ, ਐਸੀ ਭਾਵਨਾ ਬਣੀ ਹੋਈ ਹੈ, ਐਸਾ ਗਿਆਨ ਹੈ। ਅਤੇ ਵਾਹਿਗੁਰੂ ਦਾ ਨਾਮ ਦਾ ਸਹਾਰਾ, ਸਰੀਰ ਦੇ ਨਾਲ ਮੋਹ ਨਹੀਂ ਹੈ, ਅਤੇ ਇਸ ਤਰ੍ਹਾਂ ਡਰ ਨਹੀਂ ਇਸ ਕਰਕੇ ਵਿਆਪਦਾ। ਅਸੀਂ ਸਰੀਰ ਨੂੰ ਆਪਣਾ ਰੂਪ ਮੰਨਿਆ ਤਾਂ ਡਰ ਵਿਆਪਦਾ ਹੈ। ਭਉ ਨਾ ਵਿਆਪੈ ਤੇਰੀ ਸਰਣਾ। ਵਾਹਿਗੁਰੂ ਦੇ ਸਨਮੁਖ ਬਚਨ ਕਰ ਰਹੇ ਨੇ ਕਿ ਇਹ ਵਾਹਿਗੁਰੂ ਜੀ, ਜਿਨ੍ਹਾਂ ਨੇ ਤੁਹਾਡੀ ਸ਼ਰਨ ਗ੍ਰਹਿਣ ਕੀਤੀ ਹੈ, ਮਨ ਬਾਣੀ ਸਰੀਰ ਕਰਕੇ ਜੋ ਤੁਹਾਡੀ ਸ਼ਰਨ ਪਏ ਨੇ, ਉਹਨਾਂ ਨੂੰ ਡਰ ਨਹੀਂ ਵਿਆਪਦਾ, ਡਰ ਨਹੀਂ ਪੋਹ ਸਕਦਾ, ਡਰ ਨਹੀਂ ਚੰਬੜਦਾ, ਡਰ ਆਪਣਾ ਪ੍ਰਭਾਵ ਨਹੀਂ ਉਹਨਾਂ 'ਤੇ ਪਾ ਸਕਦਾ। ਜੋ ਤੁਧ ਭਾਵੈ ਸੋਈ ਕਰਨਾ, ਕਿਉਂਕਿ ਉਹਨਾਂ ਦੇ ਅੰਦਰ ਇਹ ਨਿਸ਼ਚਾ ਹੈ ਕਿ ਜੋ ਤੁਹਾਨੂੰ ਭਾਉਂਦਾ ਉਹੀ ਤੁਸੀਂ ਕਰਨਾ ਹੈ। ਜੋ ਤੁਹਾਨੂੰ ਚੰਗਾ ਲੱਗਦਾ, ਤੁਹਾਡੇ ਤੋਂ ਵੱਧ ਸਿਆਣਾ ਤਾਂ ਹੋਰ ਕੋਈ ਹੈ ਨਹੀਂ, ਜੋ ਤੁਹਾਨੂੰ ਭਾਉਂਦਾ ਮਹਾਰਾਜ ਉਹੀ ਤੁਸੀਂ ਕਰਨਾ ਹੈ। ਰਹਾਓ ਸੋਗ ਹਰਖ ਮਹਿ ਆਵਣ ਜਾਣਾ। ਜਦੋਂ ਤੱਕ ਜੀਵ ਨੂੰ ਕਿਸੇ ਚੀਜ਼ ਦੀ ਪ੍ਰਾਪਤੀ ਕਰਕੇ ਖੁਸ਼ੀ ਹੁੰਦੀ ਹੈ, ਉਛਾਲਾ ਆਉਂਦਾ, ਅਤੇ ਕਿਸੇ ਚੀਜ਼ ਦੇ ਚਲੇ ਜਾਣ ਨਾਲ ਸੋਗ ਵਿਆਪਦਾ ਹੈ। ਕਿਸੇ ਦੇ ਆਉਣ ਦੀ ਖੁਸ਼ੀ ਹੁੰਦੀ, ਕਿਸੇ ਦੇ ਜਾਣ ਦੀ ਗਮੀ ਹੁੰਦੀ ਹੈ। ਇਹ ਸੋਗ ਹਰਖ ਵਾਲੀ ਅਵਸਥਾ ਹੈ।
द्वंदावाद वाली अवस्था, एक रस अवस्था नहीं रहिंदी, सदा ਇੱਕੋ ਜਿਹੀ अवस्था नहीं रहिंदी। भगतां नूं तां सदा विकास है ना, उत्थे खुशी गमी का प्रभाव नहीं हुंदा। तां गुरु महाराज कहंदे ने जदों तक सोग है, किसी संबंधी के बिनस जाण करके सोग व्यापदा, मन उदासीनता हो जाती है, किसी के जम्मण नाल खुशी हुंदी है, जां कोई पदार्थ चलिया गया तो गम आया तो खुशी। जदों तक ये अवस्था है उदों तक ही आउणा जाना है, आवन जाना, जम्मण मरना, मनमुख पत गवाई, ये उदों तक बनिया रहेगा। तिन सुख पाया जो प्रभ भाणा, उसने सुख पाया है जो प्रभु परमात्मा के भाणे अंदर है। जो वाहिगुरू नूं भाउंदा उही चंगा, जिहड़ा इस निश्चे च आ गया। जो प्रभु नूं भाणा चंगा लगा, जीव पसंद आ गया। भाणा परमेश्वर नूं चंगा उही लगा जो वाहिगुरू दे भाणे विच है, परमात्मा की रजा विच है। जो परमात्मा नूं भाउंदा उस नूं भी चंगा लगदा, उसने आत्मक सुख की प्राप्ति की है। अगन सागर महा व्यापै माया, उसनूं ये जिहड़ा अग दा समुंदर है संसार, ये व्यापदा, अपना जोर पाउंदा। ते इसे तरह माया, माया की तृष्णा व्यापदी है। इस करके अग्नि के सागर समुंदर में जम्मण मरण में आउंदा जांदा रहिंदा, जिन्हों महान माया, महामाया, महान माया जिहड़ी कि बहुत प्रबल है, बड़े बल वाली है, इहदी तृष्णा व्यापदी है, चंबड़ी हुई है। से शीतल जिन सतगुर पाया, उन्होंने अग दा सागर समुंदर कुछ नहीं कहंदा। सरीरक तौर पर इस अग दे समुंदर संसार च रहिंदा होया भी उस से बहुवचन है, से वो गुरमुख प्यारे शीतल हैं जिन्हां ने पूरा सतगुरु पा लिया है। पूरे सतगुरु नाल मिलाप जिन्हां दा हो गया ना अंदरों, वो शीतल हो गए ने, ठंडे हो गए हैं। उन्हां दे अंदर ऐन शांति है। उत्थे ये अग दा सागर संसार कुछ नहीं कर सकता, कोई प्रभाव नहीं पैंदा उन्हां दे मन ते। राख ले प्रभ राखन हारा, प्रभु परमात्मा जो रखणहार है, भाव के हर पासे तो, विकारां तो, जम्मण मरण तो, जमा तो जिहड़ा रखिया करन वाला, वो रख लैंदा परमेश्वर जिन्हां नूं, ते वो बच जांदे हन। कहो नानक क्या जंत विचार। सतगुरु अर्जन देव महाराज कहंदे अपने आप ते टेक रख के ये जंत विचारा जीव कुछ नहीं है। ये क्या है विचारा जंत, क्या विचारा जंत जां आप भुलाया। सो इस प्रकार अपने आप ते टेक रखनी कि मैं कुछ हाँ, ये कुछ नहीं है। भाव अपने इस जीव के हथ विच कुछ नहीं है। जिसनूं रखणहार परमात्मा रख लैंदा वो बच जांदा है। गौड़ी महला पंजवा। गौड़ी रागणी के अंदर गुरुदेव पंचम पातशाह धन गुरु अर्जन देव महाराज बचन फरमा रहे ने, तुमरी कृपा ते जपिया नाम। महाराज हंकार छिड़ा रहे हैं, क्योंकि जिमें जिमें मनुख कोई चाहिदा काम करता तिवें तिवें नाल हंकार भी पैदा होंदा। अजे प्राप्ति कुछ नहीं हुई। जिस मनोरथ लई नाम जप रहे हैं, कोई धर्म का कर्म कर रहे हैं, वो मंजिल तो जे मिली नहीं ना, तो उदों तक हंकार फिर काहदा। पता नहीं असीं वाहिगुरू नूं पसंद आवांगे कि नहीं, साडा कोई कर्म कीता प्रवान चढ़े कि ना, तो असीं पहलां ही हंकार नाल ही चिंबड़दा जांदा जिहड़ा जिहड़ा भी कोई चाहिदा काम करे। बल्कि बुरे कर्म करके भी मनुख हंकार करदा। सतगुरु महाराज साडी अलपगता बयान कर रहे हैं कि असीं आप खुद अपने बल दे नाल रब दा नाम भी नहीं जप सकते। जे मान करिए ना भी असीं जप लवांगे तो यह गलत गल है। वाहिगुरू दे सन्मुख बेनती करिए, तुमरी कृपा ते जपिया नाम। हे वाहिगुरू जी, तुहाडी कृपा द्वारा ही जपिया जांदा तुहाडा नाम। तुमरी कृपा ते दरगाह थां, तुहाडी ही कृपा होवे तो तुहाडी दरगाह विच सानू आदर नाल बैठण लई थां मिलदा, जगह मिलदी है। प्रवान चढ़ी दा तुहाडे दर ते, तुहाडी हजूरी विच सानू जगह तुहाडी कृपा नाल ही मिल सकदी। तुझ बिन पार ब्रह्म नहीं कोय, तुहाडे तो बगैर होर साडी रक्षा करन वाला हे पार ब्रह्म जी होर कोई नहीं है। पापां पुन्ना संसार तो माया तो परे ब्रह्म शुद्ध स्वरूप वाहिगुरू जी, तुहाडे तो बगैर साडा होर कोई नहीं रखवाला। तुमरी कृपा ते सदा सुख होए, तुहाडी ही कृपा होए तो तुहाडी कृपा द्वारा सदा दा सुख प्राप्त होंदा है। रहाओ तुम मन वसे तो दुख न लागे। जदों तुसीं मन विच वस जाओ तो फिर कोई दुख नहीं चंबड़दा है। तुमरी कृपा ते परम भाऊ भागा,
ਤੁਹਾਡੀ ਹੀ ਕਿਰਪਾ ਦੁਆਰਾ ਜਿਹੜੀ ਮਨ ਦੀ ਭਟਕਣਾ ਹੈ, ਭ੍ਰਾਂਤੀ ਹੈ ਤੇ ਡਰ ਹੈ, ਉਹ ਭੱਜਦਾ, ਦੂਰ ਭੱਜ ਜਾਂਦਾ, ਚਲਾ ਜਾਂਦਾ ਹੈ। ਪਾਰ ਬ੍ਰਹਮ ਅਪਰੰਪਰ ਸੁਆਮੀ, ਹੇ ਪਾਪਾਂ ਪੁੰਨਾਂ ਤੋਂ, ਸੰਸਾਰ ਦੀ ਰਚਨਾ ਤੋਂ ਪਰੇ ਪਾਰ ਬ੍ਰਹਮ ਸ਼ੁੱਧ ਸਰੂਪ ਅਪਰ ਅਪਾਰ ਪਰਮਾਤਮਾ ਜੀ, ਅਪਰ ਪਰੇ ਤੋਂ ਪਰੇ ਅਪਾਰ ਪਰਮਾਤਮਾ ਜੀ, ਹੇ ਸੁਆਮੀ ਜੀ, ਸਗਲ ਘੜਾ ਕੇ ਅੰਤਰਜਾਮੀ, ਸਾਰਿਆਂ ਘਟ ਸਰੀਰਾਂ ਹਿਰਦਿਆਂ ਦੀ ਅੰਤਰਜਾਮਤਾ ਹੈ, ਅੰਦਰ ਦੀਆਂ ਜਾਣਨ ਵਾਲੇ ਅੰਤਰਜਾਮੀ ਜੀ, ਤੁਸੀਂ ਹੀ ਰੱਖਿਆ ਕਰਨ ਵਾਲੇ ਹੋ। ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਆਪਣੇ ਸੱਚੇ ਗੁਰਾਂ ਦੇ ਪਾਸ ਮੈਂ ਇਹ ਅਰਦਾਸ ਕਰਦਾ ਹਾਂ, ਨਾਨਕ ਨਾਮ ਮਿਲੈ ਸੱਚ ਰਾਸ। ਅਰਦਾਸ ਮੇਰੀ ਇਹ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਨਾਮ ਦੀ ਪ੍ਰਾਪਤੀ ਹੋਵੇ, ਪਾਰ ਬ੍ਰਹਮ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਵੇ। ਇਹੋ ਹੀ ਸੱਚੀ ਰਾਸ ਪੂੰਜੀ, ਸੱਚਾ ਸਰਮਾਇਆ ਹੈ, ਨਾਲ ਨਿਭਣ ਵਾਲਾ ਸਰਮਾਇਆ ਵਾਹਿਗੁਰੂ ਜੀ ਤੁਹਾਡੇ ਨਾਮ ਦਾ ਹੈ। ਅਤੇ ਮੈਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ, ਸਤਿਗੁਰੂ ਦੇ ਪਾਸ, ਕਿ ਮੈਨੂੰ ਇਹ ਤੁਹਾਡਾ ਨਾਮ ਪ੍ਰਾਪਤ ਹੋਵੇ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਦੇ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਫਰਮਾ ਰਹੇ ਨੇ। ਕਣ ਬਿਨਾ ਜੈਸੇ ਥੋਥਰ ਤੁਖਾ, ਕਣ ਅਨਾਜ ਤੋਂ ਬਗੈਰ, ਜਿਵੇਂ ਕੋਈ ਥੋਥਰ ਖਾਲੀ, ਤੁਖਾ ਤੋ ਹੁੰਦੇ ਨੇ, ਜਿਵੇਂ ਚੌਲਾਂ ਦੇ ਦਾਣੇ ਹੁੰਦੇ ਨੇ ਨਾ, ਅਤੇ ਦਾਣੇ ਵਿੱਚੋਂ ਕੱਢ ਲਏ ਜਾਣ, ਅਤੇ ਜਿਹੜੇ ਤੋ ਹਨ, ਉੱਪਰਲਾ ਛਿਲਕਾ ਹੈ, ਉਹ ਜਿਵੇਂ ਐਵੇਂ ਹੀ, ਉਹਦੀ ਕੋਈ ਕੀਮਤ ਨਹੀਂ ਹੈ। ਕਣ ਬਿਨਾ ਜੈਸੇ ਥੋਥਰ ਤੁਖਾ, ਅਨਾਜ ਤੋਂ ਬਗੈਰ ਜਿਵੇਂ ਖਾਲੀ ਤੋ ਹੈ, ਤੋ ਹਨ ਜਿਸ ਤਰ੍ਹਾਂ ਨਾਮ ਬਿਹੂਨ ਸੁਨੇ ਸੇ ਮੁਖਾ। ਜਿਨ੍ਹਾਂ ਜੀਆਂ ਦੇ ਪਾਸ ਪਰਮੇਸ਼ਰ ਦਾ ਨਾਮ ਨਹੀਂ ਹੈ, ਉਹਨਾਂ ਦੇ ਮੁਖ ਖਾਲੀ ਹਨ। ਨਾਮ ਤੋਂ ਬਿਹੂਣੇ ਸਖਣੇ, ਉਹ ਮੁਖ ਜਿਹੜੇ ਹਨ ਉਹ ਤੋ ਵਰਗੇ ਨੇ, ਚੌਲਾਂ ਦੇ ਤੋਹਾਂ ਵਰਗੇ ਨੇ। ਦਾਣਿਆਂ ਤੋਂ ਬਗੈਰ ਜਿਵੇਂ ਛਿਲਕੇ ਨੇ ਅਨਾਜ ਦੇ, ਉਹਨਾਂ ਵਰਗੇ ਐਵੇਂ ਹੀ ਤੁਰੇ ਫਿਰਦੇ ਨੇ। ਹਰ ਹਰ ਨਾਮ ਜਪੋ ਨਿਤ ਪ੍ਰਾਣੀ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਜੇ ਸਾਡੀ ਸਿੱਖਿਆ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਫਿਰ ਇਹੀ ਹੈ, ਹੇ ਪ੍ਰਾਣਾ ਧਾਰੀ ਸਵਾਸਾਂ ਦੇ ਪੁਤਲਿਓ, ਵਾਹਿਗੁਰੂ 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 ਨਾਮ ਨੂੰ ਨਿਤ ਹੀ ਜਪਿਆ ਕਰੋ। ਨਾਮ ਬਿਹੂਨ ਤ੍ਰਿਗ ਦੇਹ ਬੇਗਾਨੀ। ਇਹ ਜਿਹੜੀ ਸਾਡੀ ਦੇਹ ਹੈ, ਜਿਸ ਦੇ ਨਾਲ ਸਾਡਾ ਸੰਬੰਧ ਸਦਾ ਰਹਿਣਾ, ਜਿਸ ਵੇਲੇ ਸਾਡੇ ਸਵਾਸ ਨਿਕਲ ਜਾਣੇ ਨੇ, ਇਹ ਦੇਹ ਬੇਗਾਨੀ ਹੋ ਜਾਣੀ ਹੈ, ਪਰਾਈ ਹੋ ਜਾਣੀ ਹੈ। ਇਹ ਨਾਮ ਤੋਂ ਬਗੈਰ ਹੁਣ ਜਿਉਂਦੀ ਜਾਗਦੀ ਦੇਹ ਜਿਹੜੀ ਬੇਗਾਨੀ ਹੋ ਜਾਣੀ ਹੈ ਨਾ, ਇਹ ਤ੍ਰਿਗ ਹੈ। ਭਾਵ ਇਸ ਦੇਹ ਸਮੇਤ ਜਿਹੜਾ ਸਾਡਾ ਜੀਵਨ ਅਸੀਂ ਤੁਰੇ ਫਿਰਦੇ ਹਾਂ, ਇਹ ਦੇਹ ਜੋ ਕਿ ਅੰਤ ਨੂੰ ਪਰਾਈ ਹੋਣੀ ਹੈ, ਇਹ ਹੁਣ ਵੀ ਤ੍ਰਿਗ ਹੈ। ਫਿਟੇ ਮੂੰਹ ਫਿਟਕਾਰ ਲਾਹਣਤ ਤ੍ਰਿਗਾਕਾਰ। ਭਾਵ ਹਜ਼ਾਰਾਂ ਹੀ ਲਾਹਣਤਾਂ, ਹਜ਼ਾਰਾਂ ਹੀ ਫਿਟਕਾਰਾਂ ਇਸ ਵਿੱਚ ਦੇਹ ਨੂੰ ਰਹਾਓ। ਨਾਮ ਬਿਨਾ ਨਾਹੀ ਮੁਖ ਭਾਗ। ਵਾਹਿਗੁਰੂ ਦੇ ਨਾਮ ਸਿਮਰਨ ਤੋਂ ਬਗੈਰ ਮੱਥੇ ਦਾ ਭਾਗ ਨਹੀਂ ਉਗੜਦਾ ਹੈ। ਮਸਤਕ ਤੇ ਭਾਗ ਚੰਗਾ ਬਣਦਾ ਹੀ ਨਹੀਂ ਹੈ, ਜਿਹਦੇ ਨਾਲ ਕਲਿਆਣ ਹੋਣੀ ਹੈ। ਵਾਹਿਗੁਰੂ ਦੇ ਨਾਮ ਤੋਂ ਬਗੈਰ ਮੁੱਖ ਭਾਵ ਮਸਤਕ ਤੇ ਮੂੰਹ ਮੱਥੇ ਤੇ ਚੰਗਾ ਭਾਗ ਹੀ ਨਹੀਂ ਹੈ। ਭਰਤ ਬਿਹੂਨ ਕਹਾਂ ਸੁਹਾਗ। ਇੰਝ ਹੀ ਹੈ ਜੀਵ ਨਾਮ ਤੋਂ ਬਗੈਰ, ਜਿਵੇਂ ਭਰਤ ਪਤੀ ਤੋਂ ਬਗੈਰ, ਭਰਤਾ ਤੋਂ ਬਗੈਰ, ਜਿਵੇਂ ਕੋਈ ਇਸਤਰੀ ਹੋਵੇ ਤੇ ਉਹਨੂੰ ਕਿੱਥੇ ਸੁਹਾਗ ਪ੍ਰਾਪਤ ਹੁੰਦਾ। ਪਤੀ ਹੈ ਹੀ ਨਹੀਂ ਤੇ ਉਹਨੂੰ ਸੁਹਾਗਵੰਤੀ ਤਾਂ ਨਹੀਂ ਨਾ ਕੋਈ ਕਹੇਗਾ। ਭਰਤ ਭਰਤੇ ਤੋਂ, ਪਤੀ ਤੋਂ ਬਗੈਰ ਕਿੱਥੇ ਹੈ ਸੁਹਾਗ ਕਿਸੇ ਇਸਤਰੀ ਦਾ। ਸੁਹਾਗ ਭਾਗ ਵਾਲੀ ਤਾਂ ਵਿਆਹੀ ਵਰੀ ਪਤੀ ਵਾਲੀ ਜਿਹੜੀ ਇਸਤਰੀ, ਉਹਨੂੰ ਕਿਹਾ ਜਾਂਦਾ ਨਾ। ਨਾਮ ਵਿਸਾਰ ਲੱਗਾ ਅਨ ਸੁਆਏ। ਜਿਹੜਾ ਜੀਵ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਭੁਲਾ ਕੇ ਲੱਗਦਾ ਹੈ ਹੋਰ ਸਵਾਦਾਂ ਵਿੱਚ, ਹੋਰ ਪ੍ਰਯੋਜਨ ਜੀਵਨ ਦੇ ਸਮਝ ਲੈਂਦਾ। ਸੁਆਏ, ਸੁਆਉ ਪ੍ਰਯੋਜਨ ਜਾਂ ਸਵਾਦ, ਇਹ ਅਰਥ ਨੇ। ਅਨ ਹੋਰ ਪ੍ਰਯੋਜਨਾਂ ਵਿੱਚ ਲੱਗਦਾ, ਹੋਰ ਸਵਾਦਾਂ 'ਚ ਲੱਗਦਾ ਜਿਹੜਾ ਜੀਵ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ। ਤਾਂ ਕਿ ਆਸ ਨਾ ਪੂਜਿਆ ਕਰੇ। ਉਸਦੀ ਆਸ ਕੋਈ ਨਹੀਂ ਪੁੱਜਦੀ, ਕੋਈ ਆਸ ਪੂਰੀ ਨਹੀਂ ਹੁੰਦੀ, ਸਿਰੇ ਨਹੀਂ ਚੜ੍ਹਦੀ। ਉਹ ਨਿਰਾਸ਼ਾ ਰਹਿੰਦਾ ਇਸ ਦੁਨੀਆ 'ਚ। ਕਰ ਕਿਰਪਾ ਪ੍ਰਭ ਆਪਣੀ ਦਾਤ। ਸਤਿਗੁਰੂ ਜੀ ਕਹਿੰਦੇ ਇੰਝ ਅਰਦਾਸ ਕਰੋ ਵਾਹਿਗੁਰੂ ਜੀ ਦੇ ਚਰਨਾਂ 'ਚ ਕਿ ਹੇ ਪ੍ਰਭੂ ਮਾਲਕ ਰੱਖਿਅਕ ਸਰੂਪ ਪਰਮੇਸ਼ਰ ਜੀ, ਕਿਰਪਾ ਕਰਕੇ ਆਪਣੀ ਦਾਤ ਕਰੋ। ਦਾਤ ਕਰੋ ਮੇਰੇ ਦਾਤਾਰਾ। ਦਾਤ ਕਰਨ ਦਾ ਮਤਲਬ ਦਾਤ ਬਖਸ਼ੋ।
ਨਾਨਕ ਨਾਮ ਜਪੈ ਦਿਨ ਰਾਤ। ਇਹ ਦਾਤ ਬਖਸ਼ੋ ਕਿ ਦਾਸ, ਸਤਿਗੁਰੂ ਅਰਜਨ ਦੇਵ ਜੀ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਮੈਂ ਸਦਾ ਹੀ ਦਿਨੇ ਰਾਤ ਤੁਹਾਡਾ ਮੈਂ ਨਾਮ ਜਪਦਾ ਰਹਾਂ। ਇਹ ਤੁਹਾਡਾ ਦਾਸ ਦਿਨੇ ਰਾਤ ਨਾਮ ਜਪਦਾ ਰਹੇ। ਸਾਡੇ ਵਾਸਤੇ ਕਹਿ ਰਹੇ ਨੇ, ਸਾਨੂੰ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ ਕਿ ਅਰਦਾਸ ਕਰਿਆ ਕਰੋ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਦੇ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਬਚਨ ਫਰਮਾਉਂਦੇ ਨੇ, ਤੂੰ ਸਮਰੱਥ, ਤੂੰ ਹੈ ਮੇਰਾ ਸੁਆਮੀ। ਇਹ ਵਾਹਿਗੁਰੂ ਜੀ, ਤੁਸੀਂ ਸਾਰੀਆਂ ਸ਼ਕਤੀਆਂ ਕਲਾ ਕਰਕੇ ਸਮਰੱਥ ਹੋ, ਸਭ ਕੁਝ ਹੀ ਕਰ ਸਕਦੇ ਹੋ, ਤੇ ਤੁਸੀਂ ਹੀ ਮੇਰੇ ਸੁਆਮੀ, ਮਾਇਆ ਸਬਲ ਹੋਣ ਕਰਕੇ ਮੇਰੇ ਸਿਰ ਦੇ ਸਾਈਂ ਖਸਮ ਮਾਲਕ ਹੋ। ਸਭ ਕੁਛ ਤੁਮ ਤੇ ਤੂੰ ਅੰਤਰਜਾਮੀ। ਸਾਰਾ ਕੁਝ ਤੁਮ ਤੇ ਤੁਹਾਡੇ ਦੁਆਰਾ ਹੀ ਬਣਿਆ ਹੈ, ਸਭ ਕੁਝ ਤੁਹਾਡੇ ਤੋਂ ਹੀ ਹੋ ਆਉਂਦਾ ਹੈ, ਤੁਸੀਂ ਅੰਦਰ ਦੀ ਜਾਣਨ ਵਾਲੇ ਹੋ। ਪਾਰ ਬ੍ਰਹਮ ਪੂਰਨ ਜਨ ਓਟ। ਹੇ ਮਾਇਆ ਸੰਸਾਰ ਰਚਨਾ ਪਾਪਾਂ ਪੁੰਨਾਂ ਵਿਕਾਰਾਂ ਤੋਂ ਪਰੇ ਬ੍ਰਹਮ ਸ਼ੁੱਧ ਸਰੂਪ ਪਾਰ ਬ੍ਰਹਮ ਵਾਹਿਗੁਰੂ ਜੀ, ਤੁਸੀਂ ਪੂਰਨ ਹੋ ਸਾਰਿਆਂ ਥਾਵਾਂ ਤੇ ਜਨਾਂ ਨੂੰ ਤੁਹਾਡੀ ਹੀ ਓਟ ਹੈ। ਤੁਹਾਡੇ ਜਨਾਂ ਸੇਵਕਾਂ ਨੂੰ ਤੁਹਾਡੇ ਤੇ ਹੀ ਮਾਣ, ਆਸਰਾ, ਸਹਾਰਾ, ਟੇਕ, ਓਟ ਤੁਹਾਡੀ ਹੈ। ਤੇਰੀ ਸ਼ਰਨ ਉਧਰਹਿ ਜਨ ਕੋਟ। ਕਿਉਂ ਤੁਹਾਡੀ ਓਟ ਲੈਂਦੇ ਨੇ? ਕਿਉਂਕਿ ਤੁਹਾਡੀ ਸ਼ਰਨ ਵਿੱਚ ਆ ਕੇ ਕਰੋੜਾਂ ਜਨ ਉਧਰਦੇ ਹਨ, ਬਚਦੇ ਹਨ ਜੰਮਣ ਮਰਨ ਤੋਂ, ਵਿਕਾਰਾਂ ਤੋਂ, ਜਮਾਂ ਤੋਂ, ਸਭ ਪਾਸਿਆਂ ਤੋਂ ਬਚ ਜਾਂਦੇ, ਬਚ ਨਿਕਲਦੇ ਨੇ, ਉਧਰ ਜਾਂਦੇ, ਤਰ ਜਾਂਦੇ ਹਨ। ਰਹਾਓ ਜੇਤੇ ਜੀ ਤੇਤੇ ਸਭ ਤੇਰੇ। ਜਿੰਨੇ ਵੀ ਜੀ ਜੰਤ ਪੈਦਾ ਕੀਤੇ ਸਭ ਤੁਹਾਡੇ ਹੀ ਹਨ ਸੱਚੇ ਪਾਤਸ਼ਾਹ। ਉਹਨੇ ਤੇਤੇ ਉਹਨੇ, ਜਿੰਨੇ ਜੀਵ ਹਨ ਉਹਨੇ ਦੇ ਉਹਨੇ ਸਭ ਤੇਰੇ ਹੀ ਹਨ, ਤੁਹਾਡੇ ਹੀ ਨੇ। ਮਤਲਬ ਤੁਮਰੀ ਕਿਰਪਾ ਤੇ ਸੂਖ ਘਨੇਰੇ। ਜਿਨ੍ਹਾਂ ਉੱਪਰ ਤੁਹਾਡੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਘਨੇਰੇ ਸੁੱਖ ਤੁਸੀਂ ਬਖਸ਼ ਦਿੰਦੇ ਹੋ। ਜੋ ਕਿਛ ਵਰਤੈ ਸਭ ਤੇਰਾ ਭਾਣਾ। ਜੋ ਕੁਝ ਵੀ ਸੰਸਾਰ ਵਿੱਚ ਵਰਤ ਵਰਤਾਰਾ ਵਰਤ ਰਿਹਾ ਹੈ ਸਭ ਤੁਹਾਡਾ ਭਾਣਾ। ਤੁਹਾਨੂੰ ਜੋ ਚੰਗਾ ਲੱਗਦਾ ਉਹੀ ਵਰਤ ਰਿਹਾ। ਹੁਕਮ ਬੂਝੈ ਸੋ ਸੱਚ ਸਮਾਨ। ਜਿਹੜਾ ਤੁਹਾਡੇ ਹੁਕਮ ਨੂੰ ਬੁੱਝ ਲੈਂਦਾ, ਜਿਹਦੇ ਅੰਦਰ ਇਹ ਨਿਸ਼ਚੈ ਆ ਜਾਂਦਾ ਕਿ ਸਭ ਤੁਹਾਡਾ ਹੀ ਹੁਕਮ ਵਰਤ ਰਿਹਾ, ਜਿਹੜਾ ਇਸ ਤੁਹਾਡੇ ਹੁਕਮ ਦੀ ਸੱਤਾ ਨੂੰ ਬੁੱਝ ਲੈਂਦਾ ਹੈ, ਉਹ ਹੈ ਸੱਚ ਸਰੂਪ ਵਾਹਿਗੁਰੂ ਜੀ ਤੁਹਾਡੇ ਵਿੱਚ ਹੀ ਸਮਾ ਜਾਂਦਾ। ਉਹ ਸੱਚੇ ਨਾਮ ਵਿੱਚ ਹੀ ਸਮਾ ਜਾਂਦਾ। ਕਰ ਕਿਰਪਾ ਦੀਜੈ ਪ੍ਰਭ ਦਾਨ। ਕਿਰਪਾ ਕਰਕੇ ਪ੍ਰਭੂ ਜੀ ਇੱਕ ਦਾਨ ਬਖਸ਼ੋ। ਇੱਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਨ। ਐਸੀ ਦਾਤ ਐਸਾ ਦਾਨ ਸੱਚੇ ਪਾਤਸ਼ਾਹ ਬਖਸ਼ੋ, ਨਾਨਕ ਸਿਮਰੈ ਨਾਮ ਨਿਧਾਨ। ਇਹ ਦਾਸ ਸਦਾ ਵਾਸਤੇ ਤੁਹਾਡਾ ਨਾਮ ਹੀ ਸਿਮਰਦਾ ਰਹੇ, ਜਿਹੜਾ ਨਾਮ ਕੇ ਸਾਰੀਆਂ ਸ਼ਕਤੀਆਂ, ਸਾਰੇ ਗੁਣਾਂ ਦਾ, ਸਭ ਕਾਸੇ ਦਾ ਖਜ਼ਾਨਾ ਰੂਪ ਹੈ। ਵੱਡਾ ਖਜ਼ਾਨਾ ਤੁਹਾਡਾ ਨਾਮ ਹੈ ਤੇ ਮੈਂ ਦਾਸ ਇਸ ਤੁਹਾਡੇ ਨਾਮ ਨੂੰ ਸਿਮਰਦਾ ਰਹਾਂ। ਇਹ ਮੈਨੂੰ ਦਾਨ ਬਖਸ਼ੋ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾਤਾ ਜੀ ਬਚਨ ਫਰਮਾ ਰਹੇ ਨੇ, ਤਾ ਕਾ ਦਰਸ ਪਾਈਐ ਵੱਡ ਭਾਗੀ। ਉਸ ਮਨੁੱਖ ਦਾ ਦਰਸ਼ਨ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ। ਕਿਹੜਾ ਜੀ? ਜਾ ਕੀ ਰਾਮ ਨਾਮ ਲਿਵ ਲਾਗੀ। ਕੋਟ ਮੱਧੇ ਕੋ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਹੋਰ ਤੇ ਦੁਨੀਆ ਬੜੀ ਤੁਰੀ ਫਿਰਦੀ ਹੈ, ਜਿੰਨੀ ਮਰਜ਼ੀ ਵੇਖੀ ਜਾਓ, ਪਰ ਮਹਾਰਾਜ ਕਹਿੰਦੇ ਹਨ ਜਿਸ ਦੀ ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੁੜੀ ਹੋਈ ਹੈ, ਜਿਸ ਦੀ ਰਾਮ ਦੇ ਨਾਂ ਨਾਲ ਲਗਨ ਲੱਗੀ ਹੋਈ ਹੈ, ਤੇਲ ਦੀ ਧਾਰਾਵਤ ਬਿਰਤੀ ਸੁਰਤੀ ਦਾ ਪ੍ਰਵਾਹ ਵਾਹਿਗੁਰੂ ਦੇ ਨਾਮ 'ਚ ਲੱਗਾ ਹੋਇਆ, ਉਸ ਵਿਅਕਤੀ ਦਾ ਦਰਸ਼ਨ ਬਹੁਤ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ ਹੈ। ਜਾ ਕੇ ਹਰ ਵਸਿਆ ਮਨ ਮਾਹੀ। ਜਿਸ ਦੇ ਮਨ ਅੰਦਰ ਹਰੀ ਪਰਮਾਤਮਾ ਹੀ ਦਿਨ ਰਾਤ ਵਸਿਆ ਹੋਇਆ, ਤਾ ਕੋ ਦੁੱਖ ਸੁਪਨਾ ਵੀ ਨਾਹੀ। ਉਹਨੂੰ ਦੁੱਖ ਕਦੇ ਜਾਗਦਿਆਂ ਤੱਕ ਹੀ ਸਤਾਉਣਾ ਦੁੱਖ ਨੇ, ਉਹਨੂੰ ਸੁਪਨੇ ਵਿੱਚ ਵੀ ਦੁੱਖ ਨਹੀਂ ਨੇੜੇ ਆਉਂਦਾ। ਤਾ ਕੋ ਦੁੱਖ ਸੁਪਨਾ ਵੀ ਨਾਹੀ। ਸੁਪਨੇ ਮਾਤਰ ਵਿੱਚ ਵੀ ਦੁੱਖ ਉਹਦੇ ਨੇੜੇ ਨਹੀਂ ਆਉਂਦਾ ਹੈ। ਰਹਾਉ ਸਰਬ ਨਿਧਾਨ ਰਾਖੇ ਜਨ ਮਾਹੇ। ਸਾਰੇ ਜਿਹੜੇ ਖਜ਼ਾਨੇ ਰਿੱਧੀਆਂ ਸਿੱਧੀਆਂ ਨਿਧੀਆਂ ਦੇ, ਸ਼ੁਭ ਗੁਣਾਂ ਦੇ, ਗਿਆਨ ਦੇ, ਇਹ ਸਾਰੇ ਖਜ਼ਾਨੇ ਜਨ ਸੇਵਕ ਦੇ ਮਾਹੇ ਵਿੱਚ ਭਾਵ ਹਿਰਦੇ 'ਚ
परमात्मा ने सारे खजाने अपने सेवक के हिरदे में रखे हुए हैं ताकि संग किल विख दुख जाए। इस करके उसकी संगत च रहन करके सारे बज्र पाप, छोटे वड्डे पाप ते दुख सब चले जाते हैं। ऐसी संगत है गुरमुख प्यारिਆਂ ਦੀ। जन की महिमा कथी ना जाए। ਜਿਹੜਾ वाहिगुरु का जन सेवक है ਉਹਦੀ महिमा कथन नहीं हो सकती। जिवें बचन है साध की महिमा वेद ना जाना है, जेता सुने तेता बखियाना है। साध की माते गुणते दूर, साध की मारही भरपूर। साध की शोभा का नाही अंत, साध की शोभा सदा बेअंत। साध की शोभा ऊंचते ऊंची, साध की शोभा मूचते मूची। साध की शोभा साध बने आई, नानक साध प्रभ भेद ना पाई। की कथन किया जाए। कहते वाहिगुरु जन पार ब्रह्म परमेश्वर अकाल पुरख का रूप है। जन की महिमा कथी ना जाए, कथनी विच नहीं आउंदी, कही नहीं जा सकती। पार ब्रह्म जन रहा समाए। जिहड़ा जन है वो पार ब्रह्म परमेश्वर दे विच ही समाया रहिंदा ते पार ब्रह्म जन दे विच समाया रहिंदा। ओत पोत भगतन संगराता। भगतां दे नाल रत्या होया परमेश्वर जिवें ताना पेटा। कर कृपा प्रभ बिनो सुनीजा। इस करके हे वाहिगुरु जी ये कृपा करो कि साडी बेनती सुन लो। की बेनती है। दास की धूर नानक कहो दीजा है। जिहड़ा कोई तेरा दास है ना, भगत है, ਉਹਦੀ चरण धूड़ मेरे ताईं बख्शो। किन्नी निमरता सतगुरु महाराज ने ਜਦੋਂ ਬਾਣੀ ਉਚਾਰੀ ਹੈ ਤੇ ਕਿੰਨੀ ਨਿਮਰਤਾ ਗਰੀਬੀ ਇਸ ਬਾਣੀ ਵਿੱਚ ਭਰੀ ਹੈ। ਸਤਿਗੁਰੂ ਹੈ ਹੀ ਐਸੇ ਰੂਪ। ਸਾਨੂੰ ਸਿੱਖਿਆ ਤਾਂ ਹੀ ਦਿੱਤੀ ਹੈ ਨਾ, ਪਹਿਲਾਂ ਆਪ ਇਹ ਕਰਕੇ ਵਿਖਾਇਆ। ਆਪ ਗੁਰਮੁਖ ਪਿਆਰਿਆਂ ਦਾ ਸਤਿਕਾਰ ਜਿਹੜਾ ਵੀ ਹਜ਼ੂਰ ਦੇ ਪਾਸ ਆਉਂਦਾ, ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਸ੍ਰੀ ਚੰਦ ਦੇ ਆਉਣ ਤੇ ਉਹਨਾਂ ਦੇ ਪੁੱਛਣ ਤੇ ਵੀ ਤੁਸੀਂ ਦਾੜਾ ਇੰਨਾ ਲੰਬਾ ਕਿਉਂ ਵਧਾਇਆ, ਤਾਂ ਹਜ਼ੂਰ ਆਪਣੇ ਦਾੜੇ ਨੂੰ ਫੜ ਕੇ ਉਹਨਾਂ ਦੇ ਚਰਨਾਂ ਵੱਲ ਨੂੰ ਹੋਏ, ਕਹਿੰਦੇ ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ। इस प्रकार जिन्हें वाहिगुरु दे दास की जिहड़ी धूड़ आ ना, परमात्मा अपने दास की धूड़ मैनू बख्शो। गौड़ी महला पंजवा। गौड़ी रागणी अंदर पंचम पातशाह धन गुरु अर्जन देव बचन फरमाउंदे ने, हर सिमरत तेरी जाए बुलाए। हरि वाहिगुरु का सिमरन करदियां हे जीव तेरी बला चली जाएगी। बला चुड़ेल डैन, माया रूपी डैन जिहड़ी चंबड़ी है ना, जिहड़ी जन्मां जन्मांतरां च भवाई फिरदी है, ये माया की तृष्णा रूपी डैन ये तेरे अंदरों चली जाएगी। सर्व कल्याण वसै मन आए। जे वाहिगुरु परमात्मा तेरे मन में आ वसदा है तो सारे कल्याण सभे सुख भए प्रभ तुठे। सब तरह की कल्याण सुख आनंद प्राप्त हो जाएगा। सर्व कल्याण वसै मन, सब तरह का कल्याण सुख आनंद तेरे मन में आके वस जाएगा। भज मन मेरे को नाम। इस करके मन नूं समझाओ कि हे मेरे मना वाहिगुरु दे एक नाम का भजन करया कर। जी तेरे कह आवे काम, तेरे जीव आत्मा दे जिंद दे काम आउण वाला ये है। तेरा काम आवत यह सतगुरां ने वचन कीता। रहाओ रैण दिनस गुण गाओ अनंता। रैण रात ते दिनस दिन जो अनंत है, अंत तो रहत है वाहिगुरु परमात्मा, उसके गुण गाउंदा रहा कर। गुर पूरे का निर्मल मनता। पूरे गुरु का निर्मल उज्जल ते पवित्र मंत उपदेश यही है। पूरे गुरु का उज्जल पवित्र निर्मल शुद्ध महान पवित्र मंत उपदेश यही है। बोल बचन यही है सतगुरां दा कि रात दिन अनंत स्वरूप वाहिगुरु दे गुण गा। छोड़ उपाव एक टेक राख। होर सारे उपाव यतन कोशिशां छड्ड के एक वाहिगुरु दे उपर ही अपनी टेक रख। महा पदार्थ अमृत रस चाख। महान उच्चा पदार्थ वाहिगुरु दे नाम दा, इस नाम विचों अमृत रस नूं चख लै। आत्मक जीवन देने वाला जिहड़ा रस है वाहिगुरु दे नाम विचों तैनूं प्राप्त होवेगा, वो चख लेगा, तर जाएगा। बिखम सागर तेई जन तरे। ये जिहड़ा संसार है बिखम सागर है, जिस तो तरना बड़ा बिखम कठिन है। दुत्तर भी इसनूं कहा
ਦੁੱਤਰ ਤਰੈ ਸਾਧ ਕੈ ਸੰਗ ਬਹੁਤ ਬਚਨ ਆਏ ਹਨ। ਉਹੀ ਜੀਵ ਇਸ ਸੰਸਾਰ ਸਮੁੰਦਰ ਤੋਂ ਕਠਨ ਸਾਗਰ ਤੋਂ ਤਰੇ ਹਨ, ਨਾਨਕ ਜਾ ਕੋ ਨਜ਼ਰ ਕਰੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਾ ਕਹੋ ਜਿਸ ਦੇ ਤਾਈਂ ਵਾਹਿਗੁਰੂ ਪਰਮਾਤਮਾ ਨਜ਼ਰ ਕਰਦਾ, ਆਪਣੀ ਕਿਰਪਾ ਦ੍ਰਿਸ਼ਟੀ ਕਰਦਾ, ਉਹੀ ਜਨ ਤਰਦਾ ਇਸ ਸੰਸਾਰ ਸਮੁੰਦਰ ਤੋਂ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾ ਰਹੇ ਨੇ, ਹਿਰਦੈ ਚਰਨ ਕਮਲ ਪ੍ਰਭ ਧਾਰੇ। ਹਿਰਦੇ ਦੇ ਅੰਦਰ ਵਾਹਿਗੁਰੂ ਦੇ ਕਮਲ ਵਰਗੇ ਸੋਹਣੇ ਚਰਨਾਂ ਨੂੰ ਧਾਰਨ ਕੀਤਾ ਹੈ। ਪੂਰੇ ਸਤਿਗੁਰ ਮਿਲ ਨਿਸਤਾਰੇ। ਪੂਰਿਆਂ ਸਤਿਗੁਰਾਂ ਨੂੰ ਮਿਲਣ ਕਰਕੇ ਨਿਸਤਾਰਾ ਹੋਇਆ। ਸੰਸਾਰ ਭਵਜਲ ਸੰਸਾਰ ਤੋਂ, ਨਿਸ ਪ੍ਰਪੰਚ ਤੋਂ ਤਾਰੇ ਪਾਰ ਉਤਾਰੇ ਹੋ ਗਏ ਹਨ। ਜਿਨ੍ਹਾਂ ਨੇ ਪ੍ਰਭੂ ਦੇ ਚਰਨਾਂ ਕਮਲਾਂ ਨੂੰ ਹਿਰਦੇ 'ਚ ਧਾਰਨ ਕੀਤਾ, ਉਹਨਾਂ ਦਾ ਮਿਲਾਪ ਕਰਾਇਆ ਪੂਰੇ ਸਤਿਗੁਰੂ ਦੇ ਨਾਲ। ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਪੂਰੇ ਸਤਿਗੁਰੂ ਨੂੰ ਮਿਲ ਕੇ। ਜਿਨ੍ਹਾਂ ਨੇ ਵਾਹਿਗੁਰੂ ਦੇ ਕਮਲ ਵਰਗੇ ਸੋਹਣੇ ਚਰਨ ਨਾਮ ਹਿਰਦੇ 'ਚ ਧਾਰਨ ਕੀਤਾ, ਉਹਨਾਂ ਨੂੰ ਸਤਿਗੁਰੂ ਜੀ ਨੇ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੱਤਾ ਹੈ। ਗੋਬਿੰਦ ਗੁਣ ਗਾਵੋ ਮੇਰੇ ਭਾਈ। ਇਸ ਕਰਕੇ हे ਭਰਾਤਾ ਜੀ, ਮੇਰੇ ਭਰਾ ਜੀ, ਗੋਬਿੰਦ ਜੋ ਪਰਮੇਸ਼ਰ ਹੈ ਅਕਾਲ ਪੁਰਖ, ਉਸ ਦੇ ਗੁਣਾਨੁਵਾਦ ਨੂੰ ਗਾਓ। ਮਿਲ ਸਾਧੂ ਹਰ ਨਾਮ ਧਿਆਈ। ਮਿਲ ਕੇ ਸਾਧੂ ਸਤਿਗੁਰਾਂ ਦੀ ਸੰਗਤ ਵਿੱਚ, ਸਾਧੂ ਗੁਰਮੁਖ ਜਨਾਂ ਦੀ ਸੰਗਤ 'ਚ ਮਿਲ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਓ, ਸਿਮਰੋ, ਰਹਾਓ। ਦੁਰਲੱਭ ਦੇਹ ਹੋਈ ਪ੍ਰਵਾਨ। ਉਸ ਵਿਅਕਤੀ ਦੀ ਇਹ ਦੁਰਲੱਭ ਦੇਹ ਪ੍ਰਵਾਨ ਸਫਲੀ ਹੋ ਗਈ। ਭਾਵ ਵਾਹਿਗੁਰੂ ਦੇ ਦਰ 'ਤੇ ਇਹ ਦੇਹ ਧਾਰ ਕੇ ਆਉਣਾ, ਉਹਦਾ ਜੀਵਨ ਜਿਹੜਾ ਪ੍ਰਵਾਨ ਹੋ ਗਿਆ। ਸਤਿਗੁਰ ਤੇ ਪਾਇਆ ਨਾਮ ਨਿਸ਼ਾਨ। ਜਿਨ੍ਹਾਂ ਨੇ ਸਤਿਗੁਰਾਂ ਦੇ ਪਾਸੋਂ ਵਾਹਿਗੁਰੂ ਦਾ ਨਾਮ ਰੂਪੀ ਨਿਸ਼ਾਨ ਰਾਹਦਾਰੀ ਪ੍ਰਾਪਤ ਕੀਤੀ, ਨਿਸ਼ਾਨ ਚਿੰਨ੍ਹ ਦਾਗ ਮਸਤਕ 'ਤੇ ਦਾਗੇ ਗਏ। ਭਾਵ ਕਿ ਉਹਨਾਂ ਨੇ ਨਿਸ਼ਾਨੀ ਪ੍ਰਾਪਤ ਕੀਤੀ, ਚਿੰਨ੍ਹ ਪ੍ਰਾਪਤ ਕਰ ਲਿਆ ਵਾਹਿਗੁਰੂ ਦੇ ਨਾਮ ਦਾ ਸਤਿਗੁਰਾਂ ਦੇ ਪਾਸੋਂ। ਹਰ ਸਿਮਰਤ ਪੂਰਨ ਪਦ ਪਾਇਆ। ਹਰੀ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਉਹਨਾਂ ਪੂਰਨ ਪਦ, ਪੂਰਨ ਮਰਤਬਾ, ਉੱਚਾ ਰੁਤਬਾ ਪ੍ਰਾਪਤ ਕੀਤਾ ਹੈ। ਸਾਧ ਸੰਗ ਭੈ ਭਰਮ ਮਿਟਾਇਆ। ਸਾਧ ਸੰਗ 'ਚ ਮਿਲ ਕੇ ਹਰ ਤਰ੍ਹਾਂ ਦਾ ਡਰ ਤੇ ਭਰਮ ਮੇਟ ਲਿਆ ਹੈ। ਜਤ ਕਦ ਦੇਖੋ ਤਤ ਰਹਿਆ ਸਮਾਏ। ਭਾਈ ਜਿੱਧਰ ਕਿੱਧਰ ਅਸੀਂ ਵੇਖਦੇ ਹਾਂ, ਤਤ ਤਿੱਥੇ ਪਰਮਾਤਮਾ ਹੀ ਸਮਾਇਆ ਹੋਇਆ। ਨਾਨਕ ਦਾਸ ਹਰ ਕੀ ਸਰਣਾਏ। ਇਸ ਕਰਕੇ ਅਸੀਂ ਦਾਸ ਬਣ ਕੇ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਆਏ ਹੋਏ ਹਾਂ। ਜਿੱਧਰ ਕਿੱਧਰ ਵੇਖਦੇ ਹਾਂ ਉੱਧਰ ਹੀ ਪਰਮੇਸ਼ਰ ਸਮਾਇਆ ਹੋਇਆ। ਇਸ ਕਰਕੇ ਵਾਹਿਗੁਰੂ ਤੋਂ ਪਾਸੇ ਅਸੀਂ ਜਾ ਹੀ ਨਹੀਂ ਸਕਦੇ। ਫਿਰ ਸ਼ਰਨ ਉਸ ਅਕਾਲ ਪੁਰਖ ਦੀ ਹੀ ਧਾਰਨ ਕਰਨ ਯੋਗ ਹੈ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਜੀ ਮਹਾਰਾਜ ਬਚਨ ਫਰਮਾ ਰਹੇ ਨੇ, ਗੁਰ ਜੀ ਕੇ ਦਰਸ਼ਨ ਕੋ ਬਲ ਜਾਓ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਜਪ ਜਪ ਜੀਵਾ ਸਤਿਗੁਰ ਨਾਉ। ਆਪਣੇ ਸਤਿਗੁਰੂ ਦਾ ਜਿਹੜਾ ਨਾਮ ਹੈ, ਵਾਹਿਗੁਰੂ, ਗੁਰੂ, ਗੁਰੂ, ਸਤਿਗੁਰੂ, ਸਤਿਗੁਰੂ, ਇਹ ਜਪ ਜਪ ਕੇ ਸਾਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ। ਪਾਰ ਬ੍ਰਹਮ ਪੂਰਨ ਗੁਰਦੇਵ, ਜੋ ਸਾਡੇ ਗੁਰਦੇਵ ਹਨ ਨਾ, ਪੂਜਨੀਕ ਸਤਿਗੁਰੂ ਪ੍ਰਕਾਸ਼ ਰੂਪ, ਉਹ ਪੂਰਨ ਹਨ ਔਰ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਹਨ। ਉਹਨਾਂ ਵਿੱਚ ਤੇ ਪਾਰ ਬ੍ਰਹਮ ਵਿੱਚ ਕੋਈ ਅੰਤਰ ਹੀ ਨਹੀਂ ਹੈ। ਕਰ ਕਿਰਪਾ ਲਾਗੋਂ ਤੇਰੀ ਸੇਵ, ਹੈ ਪਾਰ ਬ੍ਰਹਮ ਸਰੂਪ ਪੂਰਨ ਸਤਿਗੁਰੂ ਜੀ, ਸਾਡੇ 'ਤੇ ਕਿਰਪਾ ਕਰੋ ਤਾਂ ਕਿ ਮੈਂ ਤੁਹਾਡੀ ਸੇਵਾ ਭਗਤੀ 'ਚ ਲੱਗਾ ਰਹਾ। ਚਰਨ ਕਮਲ ਹਿਰਦਾ ਔਰ ਧਾਰੀ। ਤੁਹਾਡੇ ਕਮਲ ਵਰਗੇ ਸੋਹਣੇ ਚਰਨ ਮੈਂ ਹਿਰਦੇ 'ਚ ਧਾਰਨ ਕਰਕੇ ਰੱਖਾਂ। ਮਨ ਤਨ ਧਨ ਗੁਰ ਪ੍ਰਾਨ ਆਧਾਰੀ। ਮੇਰੇ ਮਨ ਦਾ, ਮੇਰੇ ਤਨ ਇੰਦਰੀਆਂ ਦਾ, ਮੇਰੇ ਧਨ ਦਾ ਤੇ ਪ੍ਰਾਣਾ ਸਵਾਸਾਂ ਦਾ ਆਧਾਰ ਮੇਰੇ ਸਤਿਗੁਰੂ ਜੀ ਹਨ। ਸਫਲ ਜਨਮ ਹੋਵੇ ਪ੍ਰਵਾਨ। ਮਨੁੱਖਾ ਜਨਮ ਸਫਲਾ ਹੋ ਜਾਏਗਾ, ਗਿਆਨ ਦੇ ਸਹਿਤ ਹੋ ਜਾਏਗਾ, ਗਿਆਨ ਰੂਪੀ ਫਲ ਲੱਗ ਜਾਏਗਾ ਤੇ ਵਾਹਿਗੁਰੂ ਦੇ ਦਰ 'ਤੇ ਕਬੂਲ ਹੋ ਜਾਏਗਾ। ਗੁਰ ਪਾਰ ਬ੍ਰਹਮ ਨਿਕਟ ਕਰ ਜਾਣ। ਜਦੋਂ ਪਾਰ ਬ੍ਰਹਮ ਪਰਮੇਸ਼ਰ ਸਰੂਪ ਸਤਿਗੁਰਾਂ ਨੂੰ ਬਿਲਕੁਲ ਨੇੜੇ ਕਰਕੇ ਜਾਣੇਗਾ ਤਾਂ ਸੰਤ ਧੂਰ ਪਾਈਆ ਵਡਭਾਗੀ। ਐਸੇ ਸੰਤ ਸਤਿਗੁਰੂ ਦੀ ਤੇ ਵਾਹਿਗੁਰੂ ਦੇ ਪਿਆਰਿਆਂ ਰੂਪੀ ਸੰਤ ਜਿਹੜੇ ਹਨ ਮਹਾਤਮਾ, ਉਹਨਾਂ ਦੀ ਜਿਹੜੀ ਚਰਨ ਧੂੜੀ ਆ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ। ਨਾਨਕ ਗੁਰ ਭੇਟਤ ਹਰ ਸਿਉ ਲਿਵ ਲਾਗੀ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪੂਰੇ ਸਤਿਗੁਰੂ ਨੂੰ ਮਿਲਦਿਆਂ ਸਾਰ
ਭਾਵਨਾ ਸਹਿਤ ਮਿਲੀਏ ਤਾਂ ਹਰੀ ਪ੍ਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ ਹੈ, ਸੁਰਤ ਜੁੜ ਜਾਂਦੀ ਹੈ। ਭਾਵਨਾ ਚਾਹੀਦੀ ਹੈ ਤੇ ਗੁਰੂ ਪੂਰਾ ਹੋਣਾ ਚਾਹੀਦਾ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾ ਰਹੇ, ਕਰੈ ਦੁਖ ਕਰਮ ਦਿਖਾਵੈ ਹੋਰ। ਮਨੁੱਖਾਂ ਦੀ ਹਾਲਤ ਬਿਆਨ ਕਰ ਰਹੇ ਨੇ, ਸਾਡੇ ਵਰਗੇ ਪਖੰਡੀਆਂ ਦੀ, ਭਈ ਜਿਹੜਾ ਜੀਵ ਬਾਹਰੋਂ ਤਾਂ ਕਰਦਾ ਤਾਂ ਹੈ ਖੋਟੇ ਕਰਮ, ਦੁਖ ਕਰਮ, ਦੁਸ਼ਕਰਮ, ਭੈੜੇ ਕਰਮ ਕਰਦਾ, ਲੁਕ ਲੁਕ ਕੇ ਅੰਦਰ ਵੜ ਵੜ ਕੇ ਭੈੜੇ ਕਰਮ ਕਮਾਉਂਦਾ ਤੇ ਦਿਖਾਵਾ ਹੋਰ। ਬਾਹਰੀ ਤੌਰ 'ਤੇ ਧਰਮਾਤਮਾ ਬਣ ਕੇ ਮੈਂ ਬੜਾ ਧਰਮੀ ਹਾਂ, ਹੋਰ ਵਿਖਾਵਾ ਕਰਦਾ, ਦਿਖਾਉਂਦਾ ਲੋਕਾਂ ਨੂੰ ਹੋਰ ਕੁਛ ਹੈ ਤੇ ਅੰਦਰ ਵੜ ਕੇ ਦੁਸ਼ਕਰਮ, ਭੈੜੇ ਕਰਮ ਕਮਾਉਂਦਾ। ਰਾਮ ਕੀ ਦਰਗਾਹ ਬਾਧਾ ਚੋਰ। ਉਹ ਰੱਬ ਦੀ ਦਰਗਾਹ ਵਿੱਚ ਇੰਜ ਬੰਨਿਆ ਜਾ ਕੇ ਕੁੱਟ ਖਾਏਗਾ ਜਿਸ ਤਰ੍ਹਾਂ ਸੰਨ ਦੇ ਵਿੱਚ ਪਕੜਿਆ ਹੋਇਆ ਚੋਰ ਫਿਰ ਬੰਨਿਆ ਜਾਂਦਾ। ਉਹ ਚੋਰ ਦੀ ਨਿਆਈ ਰਾਮ ਪਰਮਾਤਮਾ ਦੀ ਦਰਗਾਹ ਵਿੱਚ ਬੰਨਿਆ ਜਾਂਦਾ ਹੈ। ਰਾਮ ਰਮੈ ਸੋਈ ਰਾਮਾਣਾ। ਭਾਈ ਜਿਹੜਾ ਰਾਮ ਦੇ ਨਾਮ ਨੂੰ ਰਮੈ ਉਚਾਰਨ ਕਰਦਾ ਹੈ, ਸੋਈ ਰਾਮਾਣਾ, ਉਹੀ ਰਾਮ ਦਾ ਸੇਵਕ ਹੈ। ਜਿਹੜਾ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦੇ ਰਾਮ ਦੇ ਨਾਮ ਨੂੰ ਰਮੈ ਉਚਾਰਨ ਕਰਦਾ ਨਾ ਮਨੋ ਹੋ ਕੇ, ਉਹੀ ਰਾਮ ਦਾ ਸੇਵਕ ਹੈ, ਉਹ ਰਾਮ ਦਾ ਬੰਦਾ ਹੈ, ਉਹੀ ਪਰਮੇਸ਼ਰ ਵਿੱਚ ਸਮਾਉਂਦਾ ਹੈ। ਜਲ ਥਲ ਮਹੀਲ ਏਕ ਸਮਾਣਾ। ਜਲਾਂ ਵਿੱਚ, ਥਲਾਂ ਵਿੱਚ, ਮਹੀ ਧਰਤੀ ਵਾਲ ਆਕਾਸ਼, ਸਾਰੇ ਪੁਲਾੜ ਵਿੱਚ ਇੱਕ ਪਰਮੇਸ਼ਰ ਦੀ ਜੋਤ ਹੀ ਸਮਾਈ ਹੋਈ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਰਹਾਓ ਅੰਤਰ ਬਿਖ ਮੁੱਖ ਅੰਮ੍ਰਿਤ ਸੁਣਾਵੇ। ਮੁੱਖ ਤੋਂ ਤਾਂ ਪਰਮੇਸ਼ਰ ਸੰਬੰਧੀ ਗਿਆਨ ਤੇ ਨਾਮ ਜਪਣਾ ਆਦਿਕ ਇਹ ਅੰਮ੍ਰਿਤ ਹੈ ਨਾ, ਜਿਹੜਾ ਗਿਆਨ ਹੈ, ਉਪਦੇਸ਼ ਹੈ, ਨਾਮ ਹੈ, ਅੰਮ੍ਰਿਤ ਹੈ। ਮੁੱਖ ਤੋਂ ਤਾਂ ਦੁਨੀਆ ਦੇ ਸਾਹਮਣੇ ਅੰਮ੍ਰਿਤ ਸੁਣਾਉਂਦਾ ਪਰਮੇਸ਼ਰ ਦਾ ਨਾਮ, ਤੇ ਅੰਦਰ ਆਪ ਦੇ ਬਿਖ ਜ਼ਹਿਰ ਵਸਾਈ ਹੋਈ, ਅੰਦਰ ਵਿਸ਼ੇ ਵਿਕਾਰ ਵਸਾਏ ਹੋਏ ਨੇ, ਅੰਦਰ ਭਾਵਨਾ ਉਹਨਾਂ ਦੀ ਹੈ, ਬਿਖ ਮਾਇਆ ਅੰਦਰ ਵਸੀ ਹੋਈ ਹੈ। ਬਿਖ ਮਾਇਆ ਨੂੰ ਝੱਖ ਮਰਦੇ ਕੜੀ ਹੈ, ਜਿਵੇਂ ਬਚਨ ਕੀਤੇ ਹਨ। ਸੋ ਇਸ ਪ੍ਰਕਾਰ ਅੰਦਰ ਬਿਖ ਜ਼ਹਿਰ ਤੇ ਮੁੱਖ ਤੋਂ ਕੇਵਲ ਵਿਖਾਵੇ ਮਾਤਰ ਅੰਮ੍ਰਿਤ ਸੁਣਾਉਂਦਾ, ਪਰਮੇਸ਼ਰ ਦਾ ਨਾਮ ਸੁਣਾਉਂਦਾ। ਜਮਪੁਰ ਬਾਧਾ ਚੋਟਾਂ ਖਾਵੇ। ਜਮਾਂ ਦੀ ਪੁਰੀ 'ਚ ਬੱਝਾ ਹੋਇਆ ਉਹ ਚੋਟਾਂ ਖਾਂਦਾ ਅਖੀਰ ਨੂੰ। ਅਨਕ ਪੜਦੇ ਮਹਿ ਕਮਾਵਾ ਵਿਕਾਰ। ਜਿਹੜਾ ਮਨੁੱਖ ਅਨੇਕਾਂ ਪੜਦਿਆਂ ਦੇ ਅੰਦਰ ਲੁਕ ਛੁਪ ਕੇ ਵਿਕਾਰਾਂ ਦੀ ਕਮਾਈ ਕਰਦਾ ਹੈ, ਭੈੜੇ ਕਰਮ ਕਮਾਉਂਦਾ ਹੈ, ਖਿਨ ਮਹਿ ਪ੍ਰਗਟ ਹੋਏ ਸੰਸਾਰ। ਉਹ ਖਿਨ ਦੇ ਵਿੱਚ ਹੀ ਸਾਰੇ ਸੰਸਾਰ ਵਿੱਚ ਆਖਰ ਪਰਮੇਸ਼ਰ ਪ੍ਰਗਟ ਕਰ ਦਿੰਦਾ ਉਹਦਾ ਸਾਰਾ ਕਮਾਇਆ ਹੋਇਆ ਕਰਮ, ਕਿਉਂਕਿ ਅੰਦਰ ਕਮਾਣਾ ਸਰ ਪਰ ਉਗੜਾ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਏ। ਔਰ ਇਹ ਵੀ ਹਜ਼ੂਰ ਨੇ ਬਚਨ ਕੀਤਾ, ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੇ। ਪਾਪ ਕਮਾਉਣ ਵਾਲੇ ਆਖਰ ਉਹਨਾਂ ਦੇ ਪਾਪ ਦੁਨੀਆ 'ਚ ਪ੍ਰਗਟ ਹੁੰਦੇ ਨੇ ਤੇ ਉਹਨਾਂ ਦਾ ਨਾਮ ਪਾਪੀ ਪੈਂਦਾ। ਜੇ ਕਿਸੇ ਨੇ ਅੰਦਰ ਵੜ ਕੇ ਲੁਕ ਛੁਪ ਕੇ ਵੀ ਧਰਮ ਕਮਾਇਆ ਹੈ ਤੇ ਉਹਨਾਂ ਦਾ ਧਰਮ ਕਮਾਇਆ ਵੀ ਦੁਨੀਆ 'ਚ ਪ੍ਰਗਟ ਹੋਣਾ ਹੀ ਹੈ। ਬੰਦਗੀ ਕੀਤੀ ਵੀ ਛੁਪਣੀ ਨਹੀਂ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਤੇ ਬੁਰੇ ਕਰਮ ਕਮਾਏ ਹੋਏ ਨੇ ਉਹ ਵੀ ਪਰਮੇਸ਼ਰ ਇੱਕ ਦਿਨ ਉਘਾੜ ਦਿੰਦਾ ਦੁਨੀਆ ਸਾਹਮਣੇ। ਜਿਵੇਂ ਨਸ਼ਹਿਰੇ ਨਗਰ ਦਾ ਸ਼ੌਹ ਸੁਹਾਗਣ ਸੀ ਤੇ ਉਹ ਅੰਦਰ ਕੁਕਰਮ ਕਰਦਾ ਸੀ, ਦਰਵਾਜ਼ਾ ਲੱਗਾ ਹੋਇਆ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਤੇ ਦਰਵਾਜ਼ਾ ਨਹੀਂ ਸੀ ਖੋਲ੍ਹਿਆ ਤਾਂ ਮਹਾਰਾਜ ਕੰਡ ਦੇ ਕੇ ਤੁਰ ਪਏ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਚੰਗਾ ਸੰਤ ਤਾਂ ਮਿਲਿਆ ਹੀ ਨਹੀਂ। ਹਜ਼ੂਰ ਕਹਿੰਦੇ ਸੰਤ ਕੋਈ ਨਹੀਂ ਹੈ, ਇਹ ਮੰਦਕਰਮੀ ਵਿਅਕਤੀ ਹੈ, ਛੇਤੀ ਇਹਦਾ ਪਾਜ ਉਗੜ ਜਾਏਗਾ। ਤਾਂ ਉੱਥੇ ਜੋੜ ਮੇਲਾ ਲੱਗਾ ਤੇ ਲੋਕਾਂ ਦਾ ਇਕੱਠ ਜਿਹੜਾ ਹੋਇਆ ਸੀ, ਦੋ ਪਾਰਟੀਆਂ ਬਣਾ ਕੇ ਧੜੇ ਬਣਾ ਕੇ ਲੜੇ। ਬਹੁਤੇ ਬੰਦਿਆਂ ਦਾ ਧੱਕਾ ਵੱਜਿਆ ਦਰਵਾਜ਼ੇ ਨੂੰ, ਦਰਵਾਜ਼ਾ ਟੁੱਟ ਗਿਆ ਤੇ ਅੰਦਰੋਂ ਭੈੜੇ ਕਰਮ ਕਰਦਾ ਪਕੜਿਆ ਗਿਆ। ਔਰ ਇਸ ਪ੍ਰਕਾਰ ਉਹ ਪ੍ਰਗਟ ਹੋ ਗਿਆ। ਫਿਰ ਕੁੱਟ ਬੜੀ ਪਈ, ਮੂੰਹ ਕਾਲਾ ਕਰ ਦਿੱਤਾ, ਉੱਥੋਂ ਕੱਢ ਦਿੱਤਾ ਲੋਕਾਂ ਨੇ। ਉਹ ਨਗਰ ਜਿਹੜਾ ਉਹਦਾ ਸਥਾਨ ਸੀ ਉੱਜੜ ਗਿਆ। ਤੇ ਫਿਰ ਬਾਅਦ ਵਿੱਚ ਉਹਨੇ ਪਛਤਾਵਾ ਬਹੁਤ ਕੀਤਾ। ਫਿਰ ਸੱਚੇ ਦਿਲੋਂ ਰੱਬ ਦੀ ਬੰਦਗੀ ਕਰਨ ਲੱਗਾ ਤੇ ਫਿਰ ਸਤਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ ਸੀ। ਇਸ ਪ੍ਰਕਾਰ ਅਨੇਕਾਂ ਹੀ ਐਸੇ ਲੋਕ ਸੰਸਾਰ 'ਚ ਹੁੰਦੇ ਨੇ। ਅਨਕ ਪੜਦੇ ਮਹਿ ਕਮਾਵਾ ਵਿਕਾਰ।
दे किवाड़ अनक पड़दे मैं परदारा संग फाका चित्रगुप्त जब लेखा मांग है तब कौन पड़दा तेरा ढाका। आखिर पड़दे उगड़ते हैं। ਹਜ਼ੂਰ ਕਹਿੰਦੇ ਨੇ ਨੇਕਾਂ ਪੜਦੇ ਕਰਕੇ ਲੁਕ ਛੁਪ ਕੇ ਮਨੁੱਖ ਜੇ ਵਿਕਾਰ ਕਮਾਉਂਦਾ ਹੈ ਤਾਂ ਖਿਰਮੈ ਪ੍ਰਗਟ ਹੋਏ ਸੰਸਾਰ। ਜਦੋਂ ਵਾਹਿਗੁਰੂ ਪਰਮਾਤਮਾ ਪ੍ਰਗਟ ਕਰਨਾ ਚਾਹੁੰਦਾ ਤਾਂ ਖਿਣ ਵਿੱਚ ਹੀ ਸੰਸਾਰ 'ਚ ਉਹ ਪ੍ਰਗਟ ਹੋ ਜਾਂਦਾ ਹੈ। ਅੰਤਰ ਸਾਚ ਨਾਮ ਰਸ ਰਾਤਾ, ਜਿਹਦੇ ਅੰਦਰ ਸੱਚ ਹੈ ਵਸਿਆ ਹੋਇਆ। ਸੱਚ ਕੀ ਹੈ? ਪਰਮੇਸ਼ਰ ਦਾ ਨਾਮ, ਅਤੇ ਵਾਹਿਗੁਰੂ ਦੇ ਨਾਮ ਦੇ ਰਸ ਵਿੱਚ ਜਿਉਂਦਾ ਹੈ, ਨਾਮ ਦੇ ਰਸ ਵਿੱਚ ਰਤਿਆ ਹੋਇਆ ਹੈ। ਨਾਨਕ ਤਿਸ ਕਿਰਪਾਲ ਵਿਦਾਤਾ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਉਸ ਦੇ ਉੱਪਰ ਪਰਮਾਤਮਾ ਜੋ ਵਿਦਾਤਾ ਹੈ, ਫਲ ਪ੍ਰਦਾਤਾ, ਕਰਮਾਂ ਅਨੁਸਾਰ ਫਲ ਦੇਣ ਵਾਲਾ ਵਿਦਾਤਾ ਜਾਂ ਵਿਦਾਤਾ ਲੇਖ ਲਿਖਣ ਵਾਲਾ, ਕਰਮਾਂ ਦੇ ਅਨੁਸਾਰ ਹੀ ਲੇਖ ਲਿਖਦਾ ਵਾਹਿਗੁਰੂ, ਉਹ ਕਿਰਪਾਲੂ ਹੋ ਗਿਆ ਹੈ। ਜਿਹਦਾ ਮਨ ਪਰਮਾਤਮਾ ਦੇ ਨਾਮ ਰਸ ਵਿੱਚ ਰਤਿਆ ਹੋਇਆ, ਜਿਹਦੇ ਅੰਦਰ ਸੱਚ ਹੈ, ਨਾਮ ਹੈ ਟਿਕਿਆ ਹੋਇਆ, ਉਸ ਦੇ ਉੱਪਰ ਸਮਝ ਲਓ ਵੀ ਪਰਮਾਤਮਾ ਅਕਾਲ ਪੁਰਖ ਵਿਦਾਤਾ ਕਿਰਪਾਲੂ ਹੋਇਆ ਹੋਇਆ। ਇਹ ਪਰਮਾਤਮਾ ਦੇ ਕਿਰਪਾਲੂ ਹੋਣ ਦੀ ਨਿਸ਼ਾਨੀ ਹੈ। ਜਿਸ ਨੂੰ ਆਪਣਾ ਨਾਮ ਉਹਨੇ ਬਖਸ਼ ਦਿੱਤਾ, ਜਿਹਦਾ ਮਨ ਨਾਮ ਵਿੱਚ ਟਿਕਿਆ ਹੋਇਆ ਹੈ, ਵਾਹਿਗੁਰੂ ਦੇ ਟੁੱਟ ਪੈਣ ਦੀ ਨਿਸ਼ਾਨੀ ਹੈ। ਇੱਥੋਂ ਤੱਕ ਵਿਚਾਰ ਹੋਈ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।